BA ਭਾਗ ਪਹਿਲਾ ਦੇ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਵਿੱਚ ਕੁਝ ਤਬਦੀਲੀਆਂ ਹੋਈਆਂ। ਉਹਨਾਂ ਤਬਦੀਲੀਆਂ ਵਿੱਚ ਤੁਹਾਡੀ ਕਹਾਣੀਆਂ ਵਾਲੀ ਪਾਠ ਪੁਸਤਕ ਦੀ ਜਗ੍ਹਾ ਦੇ ਉੱਪਰ ਨਵੀਂ ਕਿਤਾਬ ਕਹਾਣੀਆਂ ਦੀ ਨਵੀਂ ਪਾਠ ਪੁਸਤਕ ਕਥਾ ਪੰਜਾਬ ਸ਼ਾਮਲ ਕੀਤੀ ਗਈ ਹੈ। ਇਸ ਕਥਾ ਪੰਜਾਬ ਦੇ ਸੰਪਾਦਕ ਡਾਕਟਰ ਹਰਭਜਨ ਸਿੰਘ ਹਨ। ਇਸ ਪਾਠ ਪੁਸਤਕ ਵਿੱਚ ਕਹਾਣੀਕਾਰ ਨੇ ਪਹਿਲੀ ਤੇ ਦੂਸਰੀ ਪੀੜ੍ਹੀ ਦੇ ਲਗਭਗ 22 ਕਹਾਣੀਕਾਰ ਸ਼ਾਮਲ ਕੀਤੇ ਹੈ। ਇਹਨਾਂ 22 ਕਹਾਣੀਕਾਰਾਂ ਦੀਆਂ ਪ੍ਰਤੀਨਿਧ ਕਹਾਣੀਆਂ ਨੂੰ ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤਾ ਹੈ। ਆਪਾਂ ਪਿਛਲੇ ਲੈਕਚਰ ਵਿੱਚ ਨਾਨਕ ਸਿੰਘ ਦੀ ਕਹਾਣੀ ਤਾਸ ਦੀ ਆਦਤ ਦੀ ਗੱਲ ਕੀਤੀ ਸੀ, ਉਹਦੇ ਵਿਸ਼ੇ ਵਸਤੂ ਦੀ ਗੱਲ ਕੀਤੀ ਸੀ। ਅੱਜ ਆਪਾਂ ਦੂਸਰੀ ਕਹਾਣੀ ਤੁਹਾਡੀ ਜਿਹੜੀ ਹੈਗੀ ਹੈ ਉਹ ਹੈਗੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਭਾਬੀ ਮੈਣਾ। ਇਹਦੇ ਬਾਰੇ ਗੱਲ ਕਰਾਂਗੇ। ਆਪਾਂ ਪਹਿਲਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਗੱਲ ਕਰਾਂਗੇ। ਉਸ ਤੋਂ ਬਾਅਦ ਭਾਬੀ ਮੈਣਾ ਕਹਾਣੀ ਦੇ ਵਿਸ਼ੇ ਵਸਤੂ ਦੀ ਗੱਲ ਕਰਾਂਗੇ ਤੇ ਨਾਲ ਹੀ ਜਿਹੜੇ ਛੋਟੇ ਕੁਐਸਚਨ ਹੋਣਗੇ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਆਪਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਪੰਜਾਬੀ ਸਾਹਿਤ ਨੂੰ ਦੇਣ, ਇਹਦੇ ਬਾਰੇ ਪਹਿਲਾਂ ਆਪਾਂ ਗੱਲ ਕਰਦੇ ਹਾਂ। ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਸਾਹਿਤ ਦੇ ਵਿੱਚ ਸ਼ਬਦਾਂ ਦੇ ਜਾਦੂਗਰ ਵਜੋਂ ਜਾਣਿਆ ਜਾਂਦਾ ਹੈ। ਉਸਨੇ ਲਗਭਗ ਹਰ ਇੱਕ ਸਾਹਿਤ ਰੂਪ ਦੇ ਉੱਪਰ ਆਪਣੀ ਕਲਮ ਚਲਾਈ ਹੈ। ਬੇਸ਼ੱਕ ਉਹ ਵਾਰਤਕ ਹੈ, ਬੇਸ਼ੱਕ ਉਹ ਕਹਾਣੀ ਹੈ, ਨਾਵਲ ਹੈ ਜਾਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਕਾਵ ਰੂਪ ਹੈਗੇ ਆ ਉਹਨਾਂ ਦੇ ਉੱਪਰ ਉਹਨਾਂ ਨੇ ਆਪਣੀ ਕਲਮ ਚਲਾਈ ਹੈ ਔਰ ਉਹਨਾਂ ਦੇ ਵਿੱਚ ਆਪਣੀਆਂ ਰਚਨਾਵਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 1895 ਈਸਵੀ ਨੂੰ ਹੋਇਆ ਸੀ ਅਤੇ ਉਹਨਾਂ ਦੀ ਮੌਤ 1977 ਈਸਵੀ ਨੂੰ ਹੋਈ ਸੀ। ਉਹਨਾਂ ਨੇ ਉੱਚ ਵਿੱਦਿਆ ਹਾਸਲ ਕੀਤੀ ਸੀਗੀ BSc CE ਤੇ ਉਹਨਾਂ ਨੇ ਮਿਚੀਗਨ USA ਦੇ ਵਿੱਚ ਉਚੇਰੀ ਵਿੱਦਿਆ ਹਾਸਲ ਕੀਤੀ ਸੀ। ਉਹਨਾਂ ਨੇ ਜੀਵਨ ਭਰ ਪੱਤਰਕਾਰੀ ਦਾ ਕਿੱਤਾ ਅਪਣਾਇਆ ਸੀ ਔਰ ਪੱਤਰਕਾਰੀ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਬਣਾਇਆ। ਉਹਦੇ ਕਹਾਣੀ ਸੰਗ੍ਰਹਿ ਜਿਹੜੇ ਉਹਨਾਂ ਦੇ ਸੀਗੇ ਪ੍ਰਮੁੱਖ, ਉਹ ਸੀਗੇ ਪ੍ਰੀਤ ਕਹਾਣੀਆਂ, ਨਾਗ ਪ੍ਰੀਤਾਂ ਦਾ ਜਾਦੂ, ਅਨੋਖੇ ਤੇ ਇਕੱਲੇ, ਬੀਨਾ ਵਿਨੋਦ, ਸ਼ਬਨਮ, ਭਾਬੀ ਮੈਣਾ ਅਤੇ ਹੋਰ ਕਹਾਣੀਆਂ, ਆਖਰੀ ਸਬਕ ਤੇ ਹੋਰ ਕਹਾਣੀਆਂ, ਪ੍ਰੀਤਾਂ ਦੇ ਪਹਿਰੇਦਾਰ, ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ, ਜ਼ਿੰਦਗੀ ਵਾਰਸ ਹੈ। ਇਹ ਸਾਰੇ ਉਹਦੇ ਕਹਾਣੀ ਸੰਗ੍ਰਹਿ ਸੀਗੇ ਜਿਹਦੇ ਪੰਜਾਬੀ ਕਹਾਣੀ ਨੂੰ ਉਹਨੇ ਦਿੱਤੇ ਔਰ ਇਹਨਾਂ ਦੇ ਵਿੱਚ ਉਹਨੇ ਆਪਣਾ ਫਲਸਫੇ ਨੂੰ ਪੇਸ਼ ਕੀਤਾ। ਉਹਨਾਂ ਦਾ ਫਲਸਫਾ ਕੀ ਸੀਗਾ? ਉਹਨਾਂ ਦਾ ਜ਼ਿੰਦਗੀ ਦਾ ਫਲਸਫਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਮੁਹੱਬਤ ਹੈ, ਪਿਆਰ ਹੈ, ਇਹ ਕਬਜ਼ਾ ਨਹੀਂ ਪਹਿਚਾਨ ਹੈ। ਹੁਣ ਜੇ ਕੋਈ ਇਨਸਾਨ ਕਿਸੇ ਨੂੰ ਪਿਆਰ ਕਰਦਾ ਹੈ, ਇਹਦਾ ਭਾਵ ਇਹ ਨਹੀਂ ਕਿ ਉਹਦੇ ਤੇ ਕਬਜ਼ਾ ਹੋ ਗਿਆ ਉਹਦਾ। ਉਹ ਕਹਿੰਦਾ ਵੀ ਇਹ ਜਿਹੜੀ ਪਿਆਰ ਹੈ, ਜਿਹੜੀ ਮੁਹੱਬਤ ਹੈ, ਇਹ ਪਹਿਚਾਨ ਹੈ, ਨਾ ਕਿ ਕਬਜ਼ਾ। ਇਸੇ ਫਲਸਫੇ ਨੂੰ ਉਹਨੇ ਆਪਣੀਆਂ ਰਚਨਾਵਾਂ ਦੇ ਵਿੱਚ ਪੇਸ਼ ਕੀਤਾ ਹੈਗਾ। ਗੁਰਬਖਸ਼ ਸਿੰਘ ਪ੍ਰੀਤਲੜੀ ਬੜਾ ਸੂਖਮ ਕਲਾਕਾਰ ਸੀਗਾ, ਬੜਾ ਸੂਖਮ ਜਿਹਾ ਕਹਾਣੀਕਾਰ ਜਾਂ ਸਾਹਿਤ ਰਚੇਤਾ ਸੀ। ਉਹਦੀ ਪਹਿਲੀ ਵਾਰ ਪੰਜਾਬੀ ਗਲਪ ਨੂੰ ਨਿਸ਼ਚਿਤ ਜੀਵਨ ਦਰਸ਼ਨ ਦਾ ਆਧਾਰ ਦੇਣ ਦਾ ਯਤਨ ਕੀਤਾ ਉਹਨਾਂ ਨੇ। ਬਹੁਤ ਵਾਰ ਕਹਾਣੀ ਦਰਸ਼ਨ ਨੂੰ ਸਚਿਰਤੀ ਹੈ ਤੇ ਕਦੀ ਦਰਸ਼ਨ ਕਹਾਣੀ ਨੂੰ ਗਹਿਰਾਈ ਵੀ ਦਿੰਦਾ ਹੈ। ਸਹਿਜ ਪ੍ਰੀਤ ਦੇ ਅਧਿਆਤਮਿਕ ਦਰਸ਼ਨ ਤੋਂ ਮਾਰਕਸਵਾਦ ਦੇ ਭੌਤਿਕਵਾਦੀ ਦਰਸ਼ਨ ਤੱਕ ਇਹਨਾਂ ਦੀ ਗਤੀ ਹੈ। ਅਧਿਆਤਮਿਕ ਦਰਸ਼ਨ ਜਿਹੜਾ ਸਾਡਾ ਧਰਮ ਨਾਲ, ਸਾਡੇ ਅਧਿਆਤਮਿਕ ਸੋਚ ਨਾਲ ਜੁੜਿਆ ਹੋਇਆ ਹੈ। ਮਾਰਕਸਵਾਦ ਇੱਕ ਵਿਗਿਆਨਕ ਢੰਗ ਹੈ ਜ਼ਿੰਦਗੀ ਨੂੰ ਸਮਝਣ ਦਾ। ਮਾਰਕਸਵਾਦ ਦੇ ਭੌਤਿਕਵਾਦੀ ਦਰਸ਼ਨ, ਉਹਦੀ ਜਿਹੜੀ ਭੌਤਿਕਵਾਦੀ ਦੇਣ ਸੀਗੀ, ਜਾਂ ਕਹਿ ਸਕਦੇ ਹਾਂ ਆਪਾਂ ਕਿ ਮਾਰਕਸਵਾਦ ਦੀ ਜਿਹੜੀ ਦੇਣ ਸੀਗੀ ਸਮਾਜ ਨੂੰ ਸਮਝਣ ਦਾ ਇੱਕ ਜਿਹੜਾ ਪੈਮਾਨਾ ਸੀਗਾ, ਉਹਦੀ ਗੱਲ ਪ੍ਰੀਤਲੜੀ ਆਪਣੀਆਂ ਕਹਾਣੀਆਂ ਦੇ ਵਿੱਚ ਕਰਦਾ, ਉਹਨੂੰ ਸਮਝਦਾ ਔਰ ਉਹਨੂੰ ਸਾਹਿਤ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਕੁੱਲ ਮਿਲਾ ਕੇ ਇਹਨਾਂ ਦੀ ਭਾਵਕ ਸਾਂਝ ਸਹਿਜ ਪ੍ਰੀਤ ਨਾਲ ਹੈ। ਮੁਹੱਬਤ ਦੀ ਗੱਲ ਨਹੀਂ ਕਰਦੇ ਕੁੱਲ ਮਿਲਾ ਕੇ ਇਹ ਆਪਣੀ ਕਹਾਣੀ ਦੇ ਵਿੱਚ। ਔਰ ਸਮਾਜ ਦੇ ਵਿੱਚ ਕਿਸ ਢੰਗ ਦੇ ਨਾਲ ਤੁਸੀਂ ਵਿਚਰ ਰਹੇ ਹੋ ਔਰ ਉਸ ਦੇ ਵਿੱਚ ਮੁਹੱਬਤ ਦਾ ਕਿੰਨਾ ਸਥਾਨ ਹੈਗਾ ਤੇ ਕਿਸੇ ਨੂੰ ਸਮਝਣ ਦੇ ਲਈ ਇਹਦਾ ਕੀ ਪੈਮਾਨਾ ਹੋਣਾ ਚਾਹੀਦਾ। ਇਹਦਾ ਰਿਜ਼ਲਟ ਇਹ ਨਿਕਲਦਾ ਕਿ ਕਹਾਣੀ ਲਿਰਕ ਵਾਂਗ ਗਹਿਰੇ ਚਰਿੱਤਰ ਵਾਲੀ ਹੈ। ਲਿਰਕ ਹੁੰਦਾ ਹੈਗਾ ਗੀਤ ਸੰਗੀਤ ਦੀ ਤਰ੍ਹਾਂ, ਗਹਿਰਾ ਚਿੱਤਰ। ਸਿੰਪਲ ਸਧਾਰਨ ਜੇ ਇੱਕ ਵਿਸ਼ੇ ਨੂੰ ਲਓ, ਗਹਿਰੇ ਚਰਿੱਤਰ ਵਾਲੀ ਕਹਾਣੀ, ਗਹਿਰੇ ਥੀਮ ਵਾਲੀ ਕਹਾਣੀ ਨੂੰ ਤੁਸੀਂ ਪਾਠਕਾਂ ਦੇ ਅੱਗੇ ਪੇਸ਼ ਕਰੋ ਔਰ ਪਾਠਕ ਉਹਨਾਂ ਦੇ ਉੱਪਰ ਕੀ ਪ੍ਰਤੀਕਿਰਿਆ ਦਿੰਦਾ ਹੈ, ਉਹਨਾਂ ਤੇ ਨਿਰਭਰ ਕਰਦਾ ਹੈ। ਗਹਿਰੇ ਚਰਿੱਤਰ ਵਾਲੀ ਕਹਾਣੀ ਪੇਸ਼ ਕਰਦਾ ਉਹ, ਉਸ ਵਿੱਚ ਦਵੰਦ
ਜਾਂ ਨਾਟਕੀ ਦਫੇੜ ਨੂੰ ਆਪਣਾ ਸਵਰ ਉਚਾਰਨ ਦਾ ਮੌਕਾ ਨਹੀਂ ਮਿਲਿਆ। ਇਹਨਾਂ ਦੀ ਬੌਧਿਕ ਵਫਾ ਮਾਰਕਸਵਾਦ ਪ੍ਰਤੀ ਹੈ। ਪ੍ਰੀਤ ਅਤੇ ਦਵੰਦ ਕਲਾਤਮਕ ਤਣਾਅ ਵਿੱਚ ਕਦੀ ਕਦਾਈ ਹੀ ਪੇਸ਼ ਹੁੰਦਾ ਹੈ। ਅਸਲ ਦੇ ਵਿੱਚ ਇਹ ਕਿਤੇ ਨਾ ਕਿਤੇ ਇਸ ਮੁਹੱਬਤ ਦੇ ਵਿਸ਼ੇ ਦੇ ਪਿੱਛੇ ਜਾਂ ਜਿਹੜੀ ਵੀ ਇਹਦੀ ਸੋਚ ਸੀਗੀ ਉਹ ਵਿਸ਼ੇ ਦੇ ਪਿੱਛੇ ਮਾਰਕਸਵਾਦੀ ਸੋਚ ਨੂੰ ਵੀ ਕਿਸੇ ਨਾ ਕਿਸੇ ਢੰਗ ਨਾਲ ਪੇਸ਼ ਕਰਨ ਦੀ ਗੱਲ ਕਰਦਾ ਹੈ। ਮਾਰਕਸਵਾਦੀ ਸੋਚ ਦਾ ਭਾਵ ਇਹ ਸੀ ਕਿ ਸਮਾਜ ਦੇ ਵਿੱਚ ਜਿਹੜਾ ਅਨਿਆਂ ਹੋ ਰਿਹਾ ਹੈ, ਜਿਹੜਾ ਸਮਾਜ ਦੇ ਵਿੱਚ ਕਾਣੀ ਵੰਡ ਹੋਈ ਹੈ, ਇਸ ਕਾਣੀ ਵੰਡ ਨੂੰ ਖਤਮ ਕਰਕੇ ਸਮੁੱਚੇ ਸਮਾਜ ਨੂੰ ਇੱਕ ਲੀਹ ਦੇ ਉੱਪਰ ਪਾਇਆ ਜਾਵੇ, ਜਿਸ ਦੇ ਵਿੱਚ ਨਾ ਕੋਈ ਜਾਤ ਪਾਤ ਹੋਵੇ, ਨਾ ਕੋਈ ਧਾਰਮਿਕ ਕਹਿ ਸਕਦੇ ਪਾਬੰਦੀਆਂ ਹੋਣ, ਤੇ ਨਾ ਹੀ ਕੋਈ ਕਿਸੇ ਨੂੰ ਸਿਰਫ ਇਸ ਕਰਕੇ ਕਿ ਗਰੀਬ ਹੈ ਜਾਂ ਇਹ ਅਮੀਰ ਹੈ ਜਾਂ ਇਸ ਦੀ ਜਾਤ ਇਹ ਹੈ ਇਸ ਕਰਕੇ ਤੋਲਿਆ ਜਾਵੇ। ਇਸ ਦੀ ਬਜਾਏ ਉਸ ਨੂੰ ਇੱਕ ਇਨਸਾਨ ਦੇ ਤੌਰ ਤੇ ਲੈਤਾ ਜਾਵੇ। ਇਸ ਢੰਗ ਦੀ ਇੱਕ ਸਿਰਜਣਾ ਸਮਾਜ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਬੀ ਮੈਨਾ ਵਿੱਚ ਸਹਿਜ ਪ੍ਰੀਤ ਇੱਕ ਬੱਚੇ ਦੇ ਮਾਧਿਅਮ ਰਾਹੀਂ ਪੇਸ਼ ਹੋਈ ਹੈ। ਮੱਧ ਉਮਰ ਦੇ ਪ੍ਰੇਮ ਨੂੰ ਬਾਲ ਉਮਰ ਦੇ ਸੰਬੰਧ ਰਾਹੀਂ ਪੇਸ਼ ਕਰਨਾ ਗੁਰਬਖਸ਼ ਸਿੰਘ ਦੀ ਵਿਸ਼ੇਸ਼ ਕਲਾ ਜੁਗਤ ਹੈ, ਜੋ ਕਈ ਕਹਾਣੀਆਂ ਵਿੱਚ ਵਰਤੀ ਗਈ ਹੈ। ਇਸ ਜੁਗਤ ਰਾਹੀਂ ਪਿਆਰ ਨੂੰ ਸੁੱਚਿਆਂ ਰਹਿਣ ਦਾ ਮੌਕਾ ਮਿਲਦਾ ਹੈ। ਇਸ ਕਹਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਗੱਲ ਕੀਤੀ ਹੈ। ਇੱਕ ਬੱਚਾ ਹੈਗਾ ਕਾਕਾ ਤੇ ਇੱਕ ਵੱਡੀ ਉਮਰ ਦੀ 25 ਸਾਲ ਦੀ ਵਿਧਵਾ ਸਬਨਮ, ਇੱਕ 25 ਸਾਲ ਦੀ ਇੱਕ ਵਿਧਵਾ ਮੈਨਾ, ਉਹਨਾਂ ਦੇ ਆਪਸ ਦੇ ਵਿੱਚ ਜਿਹੜਾ ਇੱਕ ਪਹਿਚਾਣ ਹੈ ਪਿਆਰ ਦੀ, ਉਹਦੇ ਥਰੂ ਆਪਣੀ ਗੱਲ ਨੂੰ ਆਪਣੇ ਉਸ ਮਾਧਿਅਮ ਦੇ ਰਾਹੀਂ ਆਪਣੀ ਗੱਲ ਨੂੰ ਪੇਸ਼ ਕਰਨ ਦਾ ਯਤਨ ਕੀਤਾ। ਬੜੀ ਇੰਟਰਸਟਿੰਗ ਕਹਾਣੀ ਹੈ, ਬੜੀ ਵਧੀਆ ਕਹਾਣੀ ਹੈ। ਸ਼ਹਿਰ ਦੀ ਇੱਕ ਗਲੀ ਦੇ ਦੋ ਆਮੋ ਸਾਹਮਣੇ ਘਰਾਂ ਵਿਚਕਾਰ ਮਸਾਂ 3-3.5 ਗਜ਼ ਦੀ ਵਿੱਥ ਸੀ। ਦੋ ਬਾਰੀਆਂ ਵਿੱਚ ਪਹਿਲੀ ਛੱਤ ਉੱਤੇ ਆਮੋ ਸਾਹਮਣੇ ਖੁੱਲ੍ਹਦੀਆਂ ਸਨ। ਇੱਕ ਵਿੱਚੋਂ ਸਾਹਮਣੇ ਕੰਧ ਨਾਲ ਵੱਡਾ ਸ਼ੀਸ਼ਾ ਲਟਕਿਆ ਦਿਸਦਾ ਸੀ। ਹੋਰ ਚੀਜ਼ਾਂ ਇਸ ਕਮਰੇ ਵਿੱਚ ਥੋੜ੍ਹੀਆਂ ਹੀ ਸਨ। ਹੁਣ ਇਸ ਕਮਰੇ ਦੇ ਵਿੱਚ ਕਿਹੜੀ ਚੀਜ਼ਾਂ ਹੁਣ ਮੌਜੂਦ ਸੀ? ਇੱਕ ਮੱਝਾ ਸੀ, ਇੱਕ ਪੀੜ੍ਹੀ, ਇੱਕ ਆਲੇ ਵਿੱਚ 2-4 ਕਿਤਾਬਾਂ, ਕੰਘੀ, ਤੇਲ ਤੇ ਕੰਧ ਉੱਤੇ 1-2 ਤਸਵੀਰਾਂ, ਟੋਕਰੀ ਵਿੱਚ 2-4 ਕੱਪੜੇ। ਇਹ ਉਸ ਕਮਰੇ ਦੀ ਹਾਲਤ ਸੀਗੀ। ਉਸ ਕਮਰੇ ਦੇ ਵਿੱਚ ਜਿਹੜੀਆਂ ਵਸਤਾਂ ਸੀਗੀਆਂ ਉਹਨਾਂ ਦਾ ਜਿਹੜਾ ਵਰਣਨ ਆ ਉਹ ਕੀਤਾ ਲੇਖਕ ਨੇ, ਕਹਾਣੀਕਾਰ ਨੇ। ਇੱਕ ਛੋਟਾ ਜਿੰਨਾ ਕਮਰਾ ਸੀ ਤੇ ਇਸ ਵਿੱਚ ਸਿਵਾਏ ਇੱਕੋ ਇਸਤਰੀ ਦੇ ਕੋਈ ਹੋਰ ਸੂਰਤ ਘੱਟ ਹੀ ਕਦੇ ਵੇਖੀ ਸੀ। ਇਹ ਜਿਹੜੀ ਇਸਤਰੀ ਸੀਗੀ ਉਹ ਮੈਨਾ, ਭਾਬੀ ਮੈਨਾ, ਜਿਹਨੂੰ ਇਸ ਚੀਜ਼ ਦੇ ਆਧਾਰ ਦੇ ਉੱਪਰ ਕਹਾਣੀ ਦਾ ਨਾਂ ਲਿਖਿਆ ਗਿਆ। ਇਸ ਕਹਾਣੀ ਦੀ ਜਿਹੜੀ ਮੁੱਖ ਪਾਤਰ ਹੈਗੀ ਹੈ ਭਾਬੀ ਮੈਨਾ, ਉਹਦੇ ਆਧਾਰ ਦੇ ਉੱਪਰ ਹੀ ਕਹਾਣੀ ਦਾ ਨਾਂ ਲਿਖਿਆ ਗਿਆ। ਇਹ ਕਦੇ ਕਸੀਦਾ ਕੱਢਦੀ, ਕਦੇ ਕਿਤਾਬ ਪੜ੍ਹਦੀ, ਕਦੇ ਉਂਦੀ ਪਈ ਬੈਠੀ ਹੁੰਦੀ, ਨੀਵੀਂ ਪਾਈ ਬੈਠੀ ਰਹਿੰਦੀ, ਤੇ ਕਦੇ ਸ਼ੀਸ਼ੇ ਸਾਹਮਣੇ ਖਲੋ ਕੇ ਵਾਲਾਂ ਨੂੰ ਕਿੰਨਾ ਚਿਰ ਕੰਘੀ ਕਰਦੀ ਰਹਿੰਦੀ। ਕੰਘੀ ਇਹ ਕਰਦੀ ਵੀ ਕਈ ਵਾਰ ਸੀ, ਘਰਦਿਆਂ ਦਾ ਖਿਆਲ ਸੀ ਇਹਨੂੰ ਕੰਘੀ ਦਾ ਝੱਲ ਹੈ। ਇਹਦੇ ਵਾਲ ਲੰਬੇ ਵੀ ਬੜੇ ਸਨ। ਜਦੋਂ ਇਹ ਮੁੜ ਕੇ ਉਹਨਾਂ ਦੀ ਲੰਬਾਈ ਆਪ ਵੇਖਦੀ ਤਾਂ ਗਿੱਟੇ ਸ਼ੋਅ ਕਰਦੇ ਸਨ, ਤੇ ਜੇ ਕਿਸੇ ਨੇ ਚਾਨਣੇ ਵੇਖਣੇ ਹੁੰਦੇ ਤਾਂ ਉਹਨਾਂ ਦੀ ਲਿਸ਼ਕ ਦਾ ਵੀ ਉਹਨੂੰ ਜ਼ਰੂਰ ਪਤਾ ਹੁੰਦਾ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨੂੰ ਆਪਣੇ ਵਾਲਾਂ ਦਾ ਬੜਾ ਮਾਣ ਸੀ। ਜਿਹੜੀ ਉਹ ਲੇਡੀ ਸੀਗੀ ਉਹਦੇ ਸੁੰਦਰ ਵਾਲ ਸੀ, ਲੰਬੇ ਵਾਲ ਸੀ, ਤੇ ਉਸ ਕਮਰੇ ਦੇ ਵਿੱਚ, ਜਿਹੜੇ ਕਮਰੇ ਦੀ ਗੱਲ ਕਰ ਰਿਹਾ ਕਹਾਣੀਕਾਰ, ਉਹਦੇ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ। ਅੱਗੇ ਇਹ ਜਵਾਨ ਸੀ, ਸੁਨਕਸ਼ ਤੇ ਲੰਮੀ। ਸੁਨਕਸ਼ ਹੁੰਦਾ ਕਿ ਸੋਹਣੇ ਨੈਣ ਨਕਸ਼ਾਂ ਵਾਲੀ ਲੰਬੀ ਔਰ ਜਵਾਨ ਔਰਤ ਸੀ। ਇਹਦੀਆਂ ਅੱਖਾਂ ਦਾ ਰੰਗ ਸਾਹਮਣੀ ਬਾਰੀ ਚੋਂ ਨਹੀਂ ਸੀ ਦਿਸ ਸਕਦਾ, ਪਰ ਦੱਖ ਬੜੀ ਮਿੱਠੀ ਤੇ ਉਦਾਸ ਸੀ। ਇਹਦੀ ਜਿਹੜੀ ਦਿੱਖ ਸੀਗੀ, ਦਰਸ਼ਨ ਜੇ ਕਰਦਾ ਸੀ, ਬੰਦਾ ਦੇਖਦਾ ਸੀ ਤਾਂ ਉਹ ਬੜੀ ਸੁੰਦਰ ਤੇ ਵਧੀਆ ਲੱਗਦੀ ਸੀ, ਪਰ ਉਹਦੇ ਸੁੰਦਰਤਾ ਦੇ ਪਿੱਛੇ ਕਿਤੇ ਨਾ ਕਿਤੇ ਉਦਾਸੀ ਛੁਪੀ ਹੋਈ ਸੀ। ਇਹ ਬਹੁਤ ਚਿਰ ਆਪਣੀ ਬਾਰੀ ਦੀ ਰੌਂਸ ਉੱਤੇ ਬੈਠੀ ਹੰਝੂ ਘੇਰਦੀ ਰਹਿੰਦੀ ਸੀ। ਕਦੇ ਬਾਰੀ ਚੋਂ ਸਿਰ ਲਮਕਾ ਕੇ ਬਾਹਰ ਵੇਖਦੀ ਨੂੰ ਕਿਸੇ ਨਹੀਂ ਸੀ ਤੱਕਿਆ, ਪਰ ਗਲੀ ਵਾਲਿਆਂ ਨੂੰ ਇਹਦੀ ਬੈਠਕ ਦਾ ਅਹਿਸਾਸ ਜ਼ਰੂਰ ਹੁੰਦਾ ਸੀ, ਤੇ ਕਦੇ ਕੋਲੋਂ ਕੋਈ ਲੰਘਦੀ ਜਾਂਦੀ ਆਵਾਜ਼ ਵੀ ਮਾਰ ਲੈਂਦੀ ਸੀ, ਤੇ ਇਹ ਬੜੇ ਮਿੱਠੇ ਲਹਿਜੇ ਵਿੱਚ ਜ਼ਰਾ ਕੁ ਡਰ ਕੇ ਜਵਾਬ ਦਿੰਦੀ ਸੀ। ਇਹ ਔਰਤ ਦੀ ਹਾਲਤ ਦੱਸੀ ਗਈ ਹੈ ਵੀ ਕਿਸ ਢੰਗ ਨਾਲ ਇਹ ਉੱਥੇ ਰਹਿ ਰਹੀ ਸੀ, ਕੀ ਕਰਨ ਸੀ। ਅੱਗੇ ਜਾ ਕੇ ਕਹਾਣੀਕਾਰ ਇਹਨੂੰ ਪਰਤਾਂ ਨੂੰ ਖੋਲੂਗਾ। ਜਦੋਂ ਇਹ ਕਮਰੇ ਵਿੱਚ ਨਾ ਹੋਵੇ ਤਾਂ ਬਾਰੀ ਬੰਦ ਹੋ ਜਾਂਦੀ, ਪਰ ਸਿਆਲ ਵਿੱਚ ਲੌਂਡੇ ਵੇਲੇ ਤੇ ਗਰਮੀਆਂ ਵਿੱਚ 12 ਕੁ ਵਜੇ ਇਹ ਬਾਰੀ ਜ਼ਰੂਰ ਖੁੱਲ੍ਹਦੀ ਸੀ, ਤੇ ਇਸ ਬਾਰੀ ਵਿੱਚ ਜ਼ਰਾ ਕੁ ਪਾਸਾ ਪਰਤ ਕੇ ਉਹ ਬੈਠੀ ਹੁੰਦੀ ਸੀ, ਤੇ ਕਦੇ ਕਦੇ ਗਲੀ ਵੱਲ
ਝਾਕ ਲਿਆ ਕਰਦੀ ਸੀ। ਸੋ ਵਿਦਿਆਰਥੀਓ, ਇਸ ਕਹਾਣੀ ਨੂੰ ਸ਼ੁਰੂ ਕੀਤਾ ਹੈਗਾ। ਇਸ ਔਰਤ ਦੀ ਵਿਥਿਆ ਹੀ ਦੱਸਣੀ ਇਸ ਕਹਾਣੀ ਦੇ ਵਿੱਚ। ਕਹਾਣੀਕਾਰ ਨੇ ਇਸ ਔਰਤ ਦੇ ਆਸੇ ਪਾਸੇ ਰਹਿ ਕੇ ਕਹਾਣੀ ਨੂੰ ਸਿਰਜਿਆ ਹੈਗਾ। ਬੜੀ ਇੰਪੋਰਟੈਂਟ ਕਹਾਣੀ ਹੈਗੀ ਹੈ, ਬੜੀ ਵਧੀਆ ਕਹਾਣੀ ਹੈਗੀ ਹੈ। ਔਰ ਤੁਸੀਂ ਦੇਖੋਗੇ ਕਿ ਜਦੋਂ ਇਹ ਕਹਾਣੀ ਪੜ੍ਹਨ ਲੱਗ ਜਾਓਗੇ, ਇਹਦਾ ਪਾਠ ਦੇਖੋਗੇ ਤੁਸੀਂ, ਇੰਨਾ ਇੰਟਰਸਟਿੰਗ ਹੈਗਾ ਕਿ ਤੁਸੀਂ ਇਹਨੂੰ ਪੂਰੇ ਪੜ੍ਹੇ ਬਗੈਰ ਛੱਡ ਨਹੀਂ ਸਕਦੇ। ਉਵੇਂ ਇੱਕ ਬੱਚਾ ਜਿਹਾ ਲੜਕਾ ਵਸਦਾ ਫੜੀ ਗਲੀ ਦਾ ਮੋੜ ਮੁੜਦਾ ਦਿਸ ਪੈਂਦਾ। ਇਹ ਕਾਕੇ ਦੀ ਗੱਲ ਕੀਤੀ ਹੈ। ਕਹਾਣੀ ਦੇ ਵਿੱਚ ਦੂਸਰਾ ਪਾਤਰ ਆਇਆ। ਇਹ ਕੰਮ ਛੱਡ ਕੇ ਬਾਰੀ ਦੇ ਜੰਗਲੇ ਦੀਆਂ ਗੁੱਡੀਆਂ ਵਿੱਚੋਂ ਉਧਰ ਤੱਕਦੀ ਉਹ ਲੜਕਾ ਵੀ ਕਦੇ ਕਦੇ ਉਤਾਂਹ ਤੱਕਦਾ ਤੇ ਫੇਰ ਆਪਣੇ ਘਰ ਵੜ ਮੁੜ ਜਾਂਦਾ। ਉਹਦੇ ਪੌੜੀਆਂ ਚੜ੍ਹਨ ਦੀ ਟੱਪ ਟੱਪ ਇਸਤਰੀ ਦੇ ਕੰਨਾਂ ਵਿੱਚ ਹੁੰਦੀ। ਉਹ ਕਦੇ ਉਸ ਘਰ ਨਹੀਂ ਸੀ ਗਈ, ਪਰ ਉਹਨੂੰ ਉਹਨਾਂ ਦੀ ਪੌੜੀ ਦੇ ਅੱਡਿਆਂ ਦੀ ਗਿਣਤੀ ਯਾਦ ਸੀ। ਪਰ ਅੱਡੇ ਦੇ ਪੈਂਦੇ ਪੈਰਾਂ ਨੂੰ ਉਹਨਾਂ ਦੀ ਆਵਾਜ਼ ਦੇ ਨਾਲ ਉਸਨੇ ਕਈ ਵਾਰੀ ਆਪਣੀ ਛਾਤੀ ਨਾਲ ਕੁੱਟਿਆ ਸੀ। ਜਦੋਂ ਬੱਚਾ ਚੜ੍ਹਦਾ ਸੀ ਉੱਪਰ, ਤਾਂ ਪੌੜੀਆਂ ਟੱਪ ਟੱਪ ਦੇ ਵਿੱਚ ਉਹ ਪੌੜੀਆਂ ਗਿਣਦੀ ਸੀ ਤੇ ਉਹਨੂੰ ਮਨ ਦੇ ਵਿੱਚ ਯਾਦ ਸੀ ਉਹਨਾਂ ਦੀਆਂ ਪੌੜੀਆਂ ਕਿੰਨੀਆਂ। ਦੂਜੇ ਘਰ ਕੋਈ ਬੂਹਾ ਖੁੱਲਦਾ, ਉਹ ਤੱਕੇ ਬਿਨਾਂ ਹੀ ਮਹਿਸੂਸ ਕਰਦੀ ਕਿ ਸਾਹਮਣੇ ਬੈਠਕ ਵਿੱਚ ਕੋਈ ਵੜਿਆ ਹੈ। ਬਸ ਤਾਂ ਇੱਕ ਪਾਸੇ ਧਰ ਉਹ ਲੜਕਾ ਕੁਝ ਚਿਰ ਆਪਣੀ ਬਾਰੀ ਖੋਲ੍ਹ ਕੇ ਸਾਹਮਣੀ ਬਾਰੀ ਵੱਲ ਵੇਖਦਾ। ਇਸਤਰੀ ਉੱਧਰ ਨਹੀਂ ਸੀ ਤੱਕਦੀ, ਪਰ ਉਹਨੂੰ ਪਤਾ ਹੁੰਦਾ ਸੀ ਕਿ ਉਹਦੇ ਇੱਕ ਪਾਸੇ ਉਹ ਅੱਖਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦਾ ਰਾਹ ਉਹ ਰੋਜ਼ ਤੱਕਦੀ ਰਹਿੰਦੀ ਸੀ। ਤੇ ਜੇ ਕਿਸੇ ਦਿਨ ਉਹਨੂੰ ਸਕੂਲੋਂ ਆਉਂਦਿਆਂ ਦੇਰ ਹੋ ਜਾਂਦੀ, ਆਉਂਦੇ ਮੁੰਡਿਆਂ ਕੋਲੋਂ ਉਹ ਪੁੱਛਣਾ ਚਾਹੁੰਦੀ, ਕਾਕਾ ਕਿਉਂ ਨਹੀਂ ਆਇਆ? ਪਰ ਪੁੱਛਿਆ ਉਸਨੇ ਕਦੇ ਨਹੀਂ ਸੀ। ਹੁਣ ਦੇਖੋ ਵਿਦਿਆਰਥੀਓ, ਇੱਥੇ ਆ ਕੇ ਕਹਾਣੀ ਹੈ ਜਿਹੜੀ ਉਹਨਾਂ ਦੇ ਆਪਸ ਦੇ ਵਿੱਚ ਜਿਹੜਾ ਲਿੰਕ ਬਣ ਰਿਹਾ, ਇੱਕ ਸੰਬੰਧ ਉਸਰ ਰਿਹਾ, ਉਹਦੀ ਗੱਲ ਕਰਦਾ ਕਹਾਣੀਕਾਰ। ਕਿੰਨਾ ਹੀ ਚਿਰ ਇਸ ਤਰ੍ਹਾਂ ਲੰਘ ਗਿਆ। ਕਾਕਾ ਹੁਣ 13 ਸਾਲ ਦਾ ਹੋਣ ਲੱਗਾ ਸੀ। ਹੁਣ ਔਰਤ ਦੀ ਜਿਹੜੀ ਉਮਰ ਹੈਗੀ 25-26 ਸਾਲ ਹੈ ਤੇ ਕਾਕੇ ਦੀ ਉਮਰ 13 ਸਾਲ ਹੈ। ਉਹਦੀ ਦਿਲਚਸਪੀ ਸਾਹਮਣੀ ਵਾਰੀ ਵਿੱਚ ਉਹਨੂੰ ਕੁਝ ਵਧੇਰੇ ਸਵਾਦਲੀ ਮਹਿਸੂਸ ਹੋਣ ਲੱਗ ਪਈ। ਇੱਕ ਦਿਨ ਉਸਨੇ ਆਪਣੀ ਮਾਂ ਕੋਲੋਂ ਪੁੱਛ ਹੀ ਲਿਆ। ਕੀ ਪੁੱਛਿਆ? ਸਾਡੇ ਘਰ ਸਾਰੇ ਆਉਂਦੇ ਨੇ, ਪਰ ਸਾਹਮਣੇ ਘਰੋਂ ਕਦੇ ਕੋਈ ਨਹੀਂ ਆਇਆ। ਹੁਣ ਉਹਦੇ ਘਰ ਦੀ ਹਾਲਤ ਦੇ ਬਾਰੇ ਕਹਾਣੀਕਾਰ ਨੇ ਬੜੇ ਹੀ ਵਿਚਿੱਤਰ ਢੰਗ ਨਾਲ, ਵਧੀਆ ਢੰਗ ਨਾਲ ਦੱਸਿਆ ਹੈਗਾ। ਮੁੰਡਾ, ਕਾਕਾ ਤੇ ਉਹਦੀ ਮਾਂ ਦੀ ਆਪਸ ਦੇ ਡਾਇਲੋਗ ਦੇ ਵਿੱਚ ਸਾਹਮਣੇ ਘਰ ਦੇ ਸਾਰੇ ਹਾਲਾਤ ਸਾਹਮਣੇ ਆ ਜਾਣਗੇ। ਇਹ ਕਹਾਣੀਕਾਰ ਦੀ ਇੱਕ ਵਿਸ਼ੇਸ਼ਤਾ ਹੈ ਕਿ ਕਿਸ ਢੰਗ ਨਾਲ ਉਸ ਘਰ ਦੀ ਵਿਆਖਿਆ ਕਰ ਰਿਹਾ ਉਹ। ਕਾਕਾ, ਇਹ ਇਕੱਲਾ ਭਾਂਬੜਿਆਂ ਦਾ ਘਰ ਸਾਡੀ ਗਲੀ ਵਿੱਚ ਏ। ਇਹ ਲੋਕ ਮਾਸ ਤੋਂ ਬੜਾ ਪਰਹੇਜ਼ ਕਰਦੇ ਆ। ਜੈਨ ਧਰਮ ਨਾਲ ਸੰਬੰਧਿਤ ਲੋਕ ਹੈ, ਜੈਨੀ ਲੋਕ ਹੈ, ਔਰ ਇਹ ਲੋਕ ਮਾਸ ਤੋਂ ਬੜੀ ਨਫ਼ਰਤ ਕਰਦੇ ਆ। ਇਹ ਇਸ ਲਈ ਸਿੱਖਾਂ ਨਾਲ ਕੋਈ ਵਰਤੋਂ ਵਿਵਹਾਰ ਨਹੀਂ ਰੱਖਦੇ। ਪਰ ਮਾਂ, ਅਸੀਂ ਤੇ ਮਾਸ ਨਹੀਂ ਖਾਂਦੇ। ਇਹ ਸਮਝਦੇ ਨੇ ਸਾਰੇ ਸਿੱਖ ਮਾਸ ਖਾਂਦੇ ਨੇ ਤੇ ਕਦੀ ਇਹ ਘਰੋਂ ਬਾਹਰ ਵੀ ਨਹੀਂ ਨਿਕਲਦੇ। ਹੁਣ ਕਾਕਾ ਤੇ ਉਹਦੀ ਮਾਂ ਦੀ ਆਪਸ ਦੇ ਡਾਇਲੌਗ ਹੈ। ਨਿਕਲਦੇ ਨੇ, ਪਰ ਹੈ ਇਹ ਦੁਖੀ ਜਿਹਾ ਘਰ। ਮੌਤ ਨੇ ਇਸ ਘਰ ਬੜਾ ਉਜਾੜਾ ਪਾਇਆ ਏ। ਇੱਕੋ ਇੱਕ ਪੁੱਤ ਰਹਿ ਗਿਆ ਸੀ, ਉਹਨੂੰ ਵਿਆਹਿਆ, ਪਰ 2 ਵਾਰੀ ਉਹ ਵੀ ਮਰ ਗਿਆ। ਕਹਿੰਦਾ ਉਹਨੂੰ ਵਿਆਹ ਤਾਂ ਸੀ, 2 ਸਾਲਾਂ ਬਾਅਦ ਉਹਦੀ ਮੌਤ ਹੋ ਗਈ। ਵਿਆਹ ਤੋਂ ਬਾਅਦ ਮੋਏ ਪਿੱਛੋਂ ਇੱਕ ਬਾਲ ਹੋਇਆ, ਉਹ ਵੀ ਬੜਾ ਜਿਉਂਦਾ ਨਾ ਰਿਹਾ। ਹੁਣ 3 ਰੰਡੀਆਂ ਰੋਣ ਧੋਣ ਨੂੰ ਰਹਿ ਗਈਆਂ। ਇਸ ਪਰਿਵਾਰ ਦੀ ਹਾਲਤ ਬੜੀ ਹੈ। 3 ਔਰਤਾਂ, ਇੱਕ ਦਾਦੀ, ਇੱਕ ਉਹਦੀ ਨੂੰਹ ਤੇ ਇੱਕ ਨੂੰਹ ਦੀ ਨੂੰਹ। ਅੱਗੇ ਇੱਕ ਜਿਹੜਾ ਦਾਦੀ ਨੇ ਆਪਣਾ ਪੋਤਾ ਵਿਆਹਿਆ ਸੀਗਾ, ਉਹਦੀ ਵੀ ਡੈਥ ਹੋ ਗਈ ਸੀ ਵਿਆਹ ਤੋਂ ਬਾਅਦ 2 ਸਾਲ ਬਾਅਦ। ਤੇ ਉਹਨਾਂ ਦੇ ਘਰ ਵੀ ਇੱਕ ਪੋਤ ਨੂੰ ਉਹਦੇ ਕੁੱਖ ਤੋਂ ਬੱਚਾ ਪੈਦਾ ਹੋਇਆ ਸੀ, ਉਹਦੀ ਵੀ ਡੈਥ ਹੋ ਗਈ। ਤੇ ਹੁਣ ਇੱਕ ਘਰ ਦੇ ਵਿੱਚ 3 ਰੰਡੀਆਂ ਔਰਤਾਂ, ਵਿਧਵਾ ਔਰਤਾਂ ਰਹਿ ਰਹੀਆਂ। ਹੁਣ ਉਹਨਾਂ ਦੀ ਜਿਹੜੀ ਹਾਲਤ ਬੜੀ ਤਰਸਯੋਗ ਹੈ। ਇਹ ਗੱਲ ਕਹਾਣੀਕਾਰ ਕਹਿ ਰਿਹਾ। ਉਹ ਬਾਲ ਕਿੱਦਾਂ ਸੀ? ਮੈਣਾ ਦਾ। ਉਹ ਕਹਿੰਦੇ ਪੁੱਛਦਾ ਵੀ ਉਹ ਬਾਲ ਕਿਹਦਾ ਸੀਗਾ, ਉਹ ਬੱਚਾ ਕਿਹਦਾ ਸੀ? ਉਹ ਬੱਚਾ ਮੈਣਾ ਦਾ ਸੀ। ਮੈਣਾ ਦਾ, ਜਿਸ ਨੂੰ ਤੂੰ ਕਈ ਵਾਰੀ ਵਿੱਚ ਬੈਠਿਆ ਵੇਖਿਆ ਹੋਵੇਗਾ। ਉਹ ਮਾਂ ਹਰ ਵੇਲੇ ਬਾਰੀ 'ਚ ਕਿਉਂ ਬੈਠੀ ਰਹਿੰਦੀ ਹੈ? ਹੁਣ ਕਹਿੰਦਾ ਮਾਂ, ਉਹ ਜਿਹੜੀ ਔਰਤ ਹੈਗੀ ਹੈ, ਉਹ ਬਾਰੀ ਵਿੱਚ ਸਾਰਾ ਦਿਨ ਕਿਉਂ ਬੈਠੀ ਰਹਿੰਦੀ ਹੈ? ਉਹ ਲੋਕ ਜਵਾਨ ਰਣੀਆਂ ਨੂੰਹਾਂ ਦੀ ਬੜੀ ਰਾਖੀ ਕਰਦੇ ਨੇ ਤੇ ਕੰਮ ਘਰ ਵਿੱਚ ਬਹੁਤ ਹੋਇਆ ਕੋਈ ਨਾ। ਘਰ ਦੇ ਵਿੱਚ ਕੋਈ ਕੰਮ ਹੀ ਨਹੀਂ ਹੈਗਾ ਤੇ ਉਹਨਾਂ ਦੀ ਜਿਹੜੀਆਂ ਜਵਾਨ ਵਿਧਵਾਵਾਂ ਔਰਤਾਂ ਹੈਗੀਆਂ, ਉਹਨਾਂ ਦੀ ਬੜੀ ਰਾਖੀ ਕਰਦੇ ਆ। ਘਰ ਦੇ ਵਿੱਚ ਕੋਈ ਕੰਮ ਹੈ ਨੀ ਗਾ ਤੇ ਇਸੇ ਕਰਕੇ ਕਹਿੰਦੇ ਵੀ ਉਹ ਵਿਹਲੇ ਰਹਿੰਦੇ ਸਾਰਾ ਦਿਨ, ਇਸ ਕਰਕੇ ਵਿਚਾਰੇ ਉਹ ਬਾਰੀ 'ਚ ਬੈਠੀ ਰਹਿੰਦੀ ਹੈ। ਰਾਖੀ ਕਿਉਂ ਕਰਦੇ ਨੇ? ਐਵੇਂ ਕਿਸੇ ਨਾਲ ਕੋਈ ਘਰ ਦੀ ਗੱਲ ਕਰਨੀ ਆ, ਖੁਸ਼ ਜੋ ਨਾ ਰਹਿੰਦੀਆਂ ਹੋਈਆਂ। ਮਾਂ, ਜਿੰਨੀਆਂ ਜਨਾਨੀਆਂ ਸਾਡੇ ਘਰ ਆਉਂਦੀਆਂ ਨੇ, ਕਿਸੇ ਨੂੰ ਤੁਸੀਂ ਕਹਿੰਦੇ ਹੋ ਚਾਚੀ ਆਖਾਂ, ਕਿਸੇ ਨੂੰ ਤੁਸੀਂ ਮਾਸੀ ਕਹਿਣ ਨੂੰ ਕਹਿੰਦੇ ਹੋ, ਕਿਸੇ ਨੂੰ ਭੂਆ ਆਖਾਂ ਇਸ ਲਈ ਕਹਿੰਦੇ ਹੋ। ਜੇ ਇਹ ਕਦੇ ਮੈਨੂੰ ਮਿਲੇ ਤਾਂ ਮੈਂ ਕੀ ਆਖਾਂ? ਕੌਣ? ਮੈਂ ਨਾ? ਹਾਂਜੀ, ਜਿਹੜੀ ਬਾਰੀ ਵਿੱਚ ਬੈਠੀ ਰਹਿੰਦੀ ਏ, ਇਹ ਤੇਰੀ ਭਾਬੀ ਏ।
ਇਹਦਾ ਘਰ ਵਾਲਾ ਤੇਰੀ ਗਲੀ ਦਾ ਭਰਾ ਹੁੰਦਾ ਸੀ, ਬੜਾ ਚੰਗਾ ਮੁੰਡਾ ਸੀ। ਇਹ ਮੈਣਾ ਕਿਸ ਤਰ੍ਹਾਂ ਦਾ ਨਾਂ ਹੋਇਆ ਮਾਂ? ਹੁਣ ਉਹ ਮੁੰਡਾ ਪੁੱਛਦਾ ਵੀ ਨਾਂ ਕਿਸ ਤਰ੍ਹਾਂ ਦਾ, ਤੈਨੂੰ ਚੰਗਾ ਨਹੀਂ ਲੱਗਿਆ? ਹੁਣ ਅੱਗੇ ਕਾਕਾ ਕਹਿੰਦਾ ਨਹੀਂ ਬੜਾ ਚੰਗਾ ਲੱਗਾ ਏ, ਪਰ ਮੈਂ ਅੱਗੇ ਕਦੇ ਇਹੋ ਜਿਹਾ ਨਾਂ ਨਹੀਂ ਸੁਣਿਆ। ਮੈਣਾ ਉਹੀ ਹੁੰਦੀ ਏ ਨਾ ਜਿਹੜੀ ਮਾਮਾ ਜੀ ਦੇ ਘਰ ਪਿੰਜਰੇ ਵਿੱਚ ਬੜੀਆਂ ਪਿਆਰੀਆਂ ਪੇਰੀਆਂ ਗੱਲਾਂ ਕਰਦੀ ਏ। ਤੋਤਾ ਏਡਾ ਸੋਹਣਾ ਨਹੀਂ ਬੋਲਦਾ। ਹਾਂ ਉਹੀ ਏ ਮਾਂ, ਮੈਨੂੰ ਇਹ ਮੈਣਾ ਲੈ ਦਿਓਗੇ? ਕਾਕਾ ਤੂੰ ਆਪਣੇ ਮਾਮੇ ਨੂੰ ਹੀ ਆਖੀ। ਹੁਣ ਦੇਖੋ ਵਿਦਿਆਰਥੀਓ, ਇੱਕ ਗੱਲ ਕਲੀਅਰ ਹੋ ਗਈ ਕਿ ਉਸ ਘਰ ਦੇ ਵਿੱਚ ਰਹਿ ਰਹੀ ਔਰਤ ਦਾ ਨਾਮ ਮੈਣਾ ਹੈ। ਹੁਣ ਮੈਣਾ ਨਾਂ ਕਿਉਂ ਰੱਖਿਆ? ਕਿਉਂਕਿ ਉਹ ਇੱਕ ਤਰ੍ਹਾਂ ਦੇ ਨਾਲ ਉਸ ਘਰ ਦੇ ਵਿੱਚ ਪਿੰਜਰੇ ਦੇ ਵਿੱਚ ਹੀ ਬੰਦੀ ਸੀ, ਉੱਪਰਲੇ ਚੁਬਾਰੇ ਦੇ ਵਿੱਚ, ਉੱਪਰਲੇ ਕਮਰੇ ਦੇ ਵਿੱਚ ਰਹਿੰਦੀ ਹੈ। ਜਿਸ ਤਰ੍ਹਾਂ ਇੱਕ ਤੋਤੇ ਨੂੰ, ਇੱਕ ਮੈਣਾ ਨੂੰ ਪਿੰਜਰੇ ਦੇ ਵਿੱਚ ਪਾ ਕੇ ਬੰਦ ਰੱਖਿਆ ਜਾਂਦਾ ਹੈ, ਤੇ ਉਹ ਜਿਸ ਤਰ੍ਹਾਂ ਮਾਲਕ ਚਾਹੁੰਦਾ ਉਸੇ ਤਰ੍ਹਾਂ ਹੀ ਕਰੇ, ਉਸੇ ਤਰ੍ਹਾਂ ਨਾਲ ਉਹ ਮੈਣਾ ਤੋਂ ਨਾਲ ਵਿਵਹਾਰ ਹੋ ਰਿਹਾ ਸਮਾਜ ਦੇ ਵਿੱਚ, ਉਸ ਪਰਿਵਾਰ ਦੇ ਵਿੱਚ। ਕਾਕਾ ਤੂੰ ਆਪਣੇ ਮਾਮਾ ਨੂੰ ਹੀ ਆਖੀ। ਕੁਝ ਦਿਨਾਂ ਬਾਅਦ ਕਾਕੇ ਦੀ ਬੈਠਕ ਵਿੱਚ ਇੱਕ ਪਿੰਜਰਾ ਟੰਗਿਆ ਹੋਇਆ ਸੀ। ਇਹ ਪਿੰਜਰਾ ਜੇ ਉਹ ਕੋਠੇ ਤੇ ਜਾਂਦਾ ਤਾਂ ਉਹ ਨਾਲ ਲੈ ਜਾਂਦਾ। ਆਪਣੀ ਮੈਣਾ ਨੂੰ ਕਾਕੇ ਨੇ ਸਿਖਾਇਆ, ਭਾਬੀ ਮੈਣਾ ਬਾਰੀ 'ਚ ਬੈਠੀ ਏ। ਇਹ ਗੱਲ ਉਹਨੇ ਸਿਖਾਈ ਹੋਈ ਸੀ, ਭਾਬੀ ਮੈਣਾ ਬਾਰੀ 'ਚ ਬੈਠੀ ਏ। ਬਾਰੀ ਵਾਲੀ ਮੈਣਾ ਨੇ ਕਾਕੇ ਨਾਲ ਕਦੇ ਗੱਲ ਨਹੀਂ ਸੀ ਕੀਤੀ, ਪਰ ਉਹਨੂੰ ਬੜਾ ਚੰਗਾ ਲੱਗਦਾ ਸੀ। ਮੈਣਾ ਜਦੋਂ ਆਂਦੀ ਸੀ, ਭਾਬੀ ਮੈਣਾ ਬਾਰੀ 'ਚ ਬੈਠੀ ਏ। ਸਿਆਲਾਂ ਦੀਆਂ ਰਾਤਾਂ ਵਿੱਚ ਭਾਬੀ ਮੈਣਾ ਆਪਣੇ ਕਮਰੇ ਵਿੱਚ ਸੌਂਦੀ ਸੀ। ਇਮਤਿਹਾਨ ਨੇੜੇ ਹੋਣ ਕਰਕੇ ਕਾਕਾ ਵੀ ਕੁਝ ਦਿਨਾਂ ਤੋਂ ਬੈਠਕ ਵਿੱਚ ਸੌਣ ਲੱਗ ਪਿਆ ਸੀ। ਭਾਬੀ ਮੈਣਾ ਨੂੰ ਕਈ ਵਾਰੀ ਸੁੱਤੇ ਕਾਕੇ ਦੇ ਸਾਹਾਂ ਦੀ ਆਵਾਜ਼ ਆਉਂਦੀ ਸੀ। ਉਹ ਕਿੰਨਾ ਚਿਰ ਮੰਜੇ ਤੇ ਉੱਠ ਕੇ ਸੁਣਦੀ ਰਹਿੰਦੀ ਸੀ। ਉਹਦੀ ਉਮਰ ਹੁਣ 5 ਵਰ੍ਹਿਆਂ ਦੀ ਹੋਣ ਲੱਗੀ ਸੀ। ਕਾਕਾ 13 ਦਾ ਪੂਰਾ ਨਹੀਂ ਸੀ ਹੋਇਆ। ਉਹ ਦਿਲ ਵਿੱਚ ਆਂਦੀ ਸੀ, ਜੇ ਕਦੇ ਮੈਨੂੰ ਇਸ ਬੱਚੇ ਨਾਲ ਬੋਲਣ ਦੀ ਖੁੱਲ੍ਹ ਹੋਵੇ, ਮੈਂ ਉਹਨੂੰ ਸਕੂਲੋਂ ਆਉਂਦੇ ਨੂੰ ਵਾਰੀ 'ਚੋਂ ਸਿਰ ਕੱਢ ਕੇ ਵੇਖ ਸਕਦੀ ਹੋਵਾਂ, ਮੈਂ ਇਹਦੇ ਨਾਲ ਗੱਲਾਂ ਕਰ ਸਕਦੀ ਹੋਵਾਂ, ਤੇ ਜਦੋਂ ਕਦੇ ਇਹ ਬਿਮਾਰ ਹੋਵੇ ਮੈਂ ਇਹਦੇ ਘਰ ਜਾ ਕੇ ਇਹਦੇ ਮੰਜੇ ਉੱਤੇ ਬਹਿ ਸਕਾਂ। ਬਿਮਾਰੀ ਵਿੱਚ ਕਿਸੇ ਨੂੰ ਕਿਸੇ ਖਰਾਬੀ ਦਾ ਕੀ ਡਰ ਹੋ ਸਕਦਾ? ਦੇਖੋ, ਜਿਹੜੀਆਂ ਪਾਬੰਦੀਆਂ ਹੈਗੀਆਂ ਉਹਨਾਂ ਤੋਂ ਉੱਪਰ ਉੱਠ ਕੇ ਜੇਕਰ ਮੈਨੂੰ ਇੰਨਾ ਕੁ ਸੰਬੰਧ ਬਣਾਉਣ ਦੀ ਇਜਾਜ਼ਤ ਮਿਲ ਜਾਵੇ ਤਾਂ ਸ਼ਾਇਦ ਕਹਿੰਦੀ ਮੇਰੀ ਜ਼ਿੰਦਗੀ ਵਧੀਆ ਨਿਕਲ ਜਾਵੇ। ਫਿਰ ਆਪੇ ਹੀ ਕਹਿੰਦੀ, ਮੈਨੂੰ ਕਿਸੇ ਇੰਨੀ ਖੁੱਲ੍ਹ ਦੇਣੀ ਹੈ? ਮੈਂ ਇਸੇ ਹੀ ਕਮਰੇ ਵਿੱਚ ਬੁੱਢੀ ਹੋ ਜਾਣਾ ਹੈ। ਮੇਰੇ ਵਾਲ ਮੇਰੀ ਸੱਸ ਦੇ ਵਾਲਾਂ ਵਾਂਗ ਭੁਰ ਜਾਣਗੇ। ਕਾਕੇ ਦਾ ਵਿਆਹ ਹੋ ਜਾਏਗਾ। ਇਹ ਬਾਰੀ ਫਿਰ ਇਸ ਤਰ੍ਹਾਂ ਖੁੱਲ੍ਹੀ ਨਹੀਂ ਰਹਿਣੀ। ਫਿਰ ਮੈਂ ਕਿਹੜੀ ਉਡੀਕ ਵਿੱਚ ਇਸ ਹਨੇਰੀ ਜ਼ਿੰਦਗੀ ਦੇ ਲੰਮੇ ਦਿਨ ਤੇ ਲੰਮੀਆਂ ਰਾਤਾਂ ਕੱਟਿਆ ਕਰਾਂਗੀ। ਹੁਣ ਇੱਕ ਸਹਾਰਾ ਸੀ ਬਸ, ਸਿਰਫ ਉਹ ਇੱਕ ਪਹਿਚਾਣ ਦੇ ਆਧਾਰ ਦੇ ਉੱਪਰ, ਇੱਕ ਸਮਝ ਦੇ ਆਧਾਰ ਦੇ ਉੱਪਰ ਆਪਣੀ ਜ਼ਿੰਦਗੀ ਕੱਟ ਰਹੀ ਹੈ। ਇਹ ਸੋਚਦਿਆਂ ਉਹਨੂੰ ਗੋਤਾ ਜਿਹਾ ਆਇਆ। ਉਹ ਬਿਸਤਰੇ 'ਚ ਉੱਠੀ ਤੇ ਬਾਰੀ ਵਿੱਚ ਗਈ। ਰਾਤ ਚਾਨਣੀ ਸੀ। ਖੁੱਲ੍ਹੀ ਬਾਰੀ 'ਚੋਂ ਮਾੜਾ ਮਾੜਾ ਚਾਨਣ ਕਾਕੇ ਦੇ ਮੂੰਹ ਤੇ ਪੈ ਰਿਹਾ ਸੀ। ਕਾਕਾ ਘੂਕ ਸੁੱਤਾ ਪਿਆ ਸੀ। ਉਹਦਾ ਸਾਹ ਉੱਚਾ ਉੱਚਾ ਆ ਰਿਹਾ ਸੀ। ਮੈਣਾ ਦੇ ਜੀਅ ਵਿੱਚ ਉਵਾਲ ਜਿਹਾ ਉੱਠਿਆ। ਉਸਨੇ 2 ਘੋੜਾਂ ਦੀ ਵਿੱਥ ਚਾਚੀ, ਬੜੀ ਥੋੜ੍ਹੀ ਸੀ। ਕਦੇ ਬਾਰੀਆਂ ਦੀਆਂ ਦੋਹਾਂ ਬੰਨੀਆਂ ਉੱਤੇ ਆਪਣੀ ਮੰਜੀ ਢਾਹ ਕੇ ਪੁੱਲ ਬੰਨ੍ਹ ਲਵਾਂ, ਮੈਂ ਕਾਕੇ ਕੋਲ ਪਹੁੰਚ ਜਾਵਾਂ। ਮੈਂ ਉਹਨੂੰ ਜਗਾਵਾਂਗੀ ਨਹੀਂ, ਉਹਦਾ ਮੂੰਹ ਦੂਰੋਂ ਚੁੰਮ ਕੇ ਆਪਣੇ ਕਮਰੇ ਵਿੱਚ ਆ ਜਾਵਾਂਗੀ। ਪਰ ਨਾ, ਉਹ ਵਿੱਥ ਇੰਨੀ ਥੋੜ੍ਹੀ ਸੀ। ਤੇ ਨਾ ਹੀ ਉਹਦੀ ਰੀਝ ਜਿੰਨੀ ਉਹਦੇ ਵਿੱਚ ਹਿੰਮਤ ਸੀ। ਉਹਦੇ ਮਨ 'ਚ ਇੱਕ ਰੀਝ ਸੀਗੀ, ਤੇ ਉਹ ਰੀਝ ਪੁਗਾਉਣ ਦੇ ਲਈ ਉਹਦੇ 'ਚ ਹਿੰਮਤ ਨਹੀਂ ਸੀਗੀ ਕਿ ਉਹਨੂੰ ਰੀਝ ਨੂੰ ਪੂਰੀ ਕਰ ਸਕਾਂ, ਪੁਗਾ ਸਕਾਂ। ਉਹ ਮੰਜੀ ਉੱਤੇ ਆ ਲੰਮੀ ਪਈ। ਕੁਝ ਚਿਰ ਬਾਅਦ ਕਾਕੇ ਦੀ ਬੈਠਕ ਵਿੱਚੋਂ ਆਵਾਜ਼ ਆਈ, ਭਾਬੀ ਮੈਣਾ। ਉਹ ਚੌਂਕ ਕੇ ਫਿਰ ਉੱਠੀ, ਪਰ ਇਹ ਪਿੰਜਰੇ ਦੀ ਮੈਣਾ ਦੀ ਆਵਾਜ਼ ਸੀ। ਕਾਕਾ ਉਸੇ ਤਰ੍ਹਾਂ ਸੁੱਤਾ ਪਿਆ ਸੀ। ਉਸੇ ਘੜੀ ਮੈਣਾ ਦੀ ਸੱਸ ਕਿਤੇ ਟਰਨ ਲਈ ਉੱਠੀ ਸੀ। ਉਹ ਸੁਣਿਆ ਮੈਣਾ ਦੇ ਕਮਰੇ ਵਿੱਚ ਕੁਝ ਖੜਾਕ ਹੋਇਆ ਸੀ। ਨਾਲੇ ਉਸਨੂੰ ਭਾਬੀ ਮੈਣਾ ਸੁਣਨ ਦਾ ਵੀ ਭੁਲੇਖਾ ਜਿਹਾ ਸੀ। ਉਸਨੇ ਮੈਣਾ ਨੂੰ ਆਵਾਜ਼ ਦਿੱਤੀ। ਮੈਣਾ ਅੰਦਰੋਂ ਝੱਟ ਬੋਲ ਪਈ। ਜਦੋਂ ਸੱਸ ਨੇ ਆਵਾਜ਼ ਦਿੱਤੀ। ਸੱਸ ਦਾ ਸ਼ੱਕ ਪੱਕਾ ਹੋ ਗਿਆ। ਤੂੰ ਸੁੱਤੀ ਨਹੀਂ ਮੈਣਾ? ਰਾਤ ਤਾਂ ਅੱਧੀ ਲੰਘ ਗਈ ਏ। ਐਵੇਂ ਜਾ ਖੁੱਲ੍ਹ ਗਈ ਸੀ। ਸੱਸ ਕਮਰੇ ਵਿੱਚ ਆ ਵੜੀ। ਉਸਨੂੰ ਸਾਹਮਣੇ ਬਾਰੀ ਵਿੱਚੋਂ ਕੋਈ ਸੁੱਤਾ ਜਾਪਿਆ ਆਦਮੀ ਦਾ ਮੂੰਹ। ਹੁਣ ਛੋਟਾ ਜਿਹਾ ਬੱਚਾ ਹੈ, ਉਹਨੂੰ ਆਦਮੀ ਦਾ ਮੂੰਹ ਦਿਖਿਆ। ਉਹ, ਤੂੰ ਕਿਸੇ ਨਾਲ ਗੱਲਾਂ ਪਈ ਕਰਦੀ ਸੀ? ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਸਨ? ਸੱਸ ਨੇ ਫੇਰ ਸਾਹਮਣੀ ਬਾਰੀ ਵੱਲ ਤੱਕਿਆ। ਉਹ ਤਾਂ ਸਰਦਾਰਾਂ ਦਾ ਕਾਕਾ ਏ, ਘੂਕ ਸੁੱਤਾ ਪਿਆ ਏ, ਮੈਣਾ ਨੇ ਆਖਿਆ। ਸੱਸ ਚਲੀ ਗਈ। ਪਰ ਭਾਵੇਂ ਕਾਕਾ ਬਿਲਕੁਲ ਬੱਚਾ ਸੀ ਤੇ ਆਪਣੀ ਉਮਰ ਨਾਲੋਂ ਵੀ ਭੋਲਾ ਸੀ, ਤਾਂ ਮਰਦ ਉਹਨੂੰ ਵਿਧਵਾਵਾਂ ਦਾ ਕੰਮ ਕੀ ਕਿ ਬੱਚਿਆਂ ਵੱਲ ਵੀ ਇਸ ਤਰ੍ਹਾਂ ਤੱਕਣ।
मैना स्कूलों आउंदे काके नूं तकदी ਏ। काका भी आउंदा ਪਹਿਲੋਂ बैठक ਵਿੱਚ ਜਾਂਦਾ ਏ ਤੇ ਬਾਰੀ ਖੁੱਲੀ ਰੱਖਦਾ ਏ। ਉਹ ਪਿਛਲੇ ਸਾਲ ਨਾਲੋਂ ਐਤਕੀ ਵੱਡਾ ਵੀ ਚੰਗਾ ਜਾਪਦਾ ਏ। ਇਹ ਗੱਲਾਂ ਸੁੱਟ ਪਾਉਣ ਵਾਲੀਆਂ ਨਹੀਂ ਸਨ। ਇਹੋ ਨਿੱਕੀਆਂ ਬਦਲੀਆਂ ਕਦੇ ਕਾਲੀਆਂ ਘਟਾ ਬਣ ਜਾਂਦੀਆਂ ਨੇ। ਦੇਖੋ ਉਹਦੀ ਭਾਸ਼ਾ ਦੇ ਵਿੱਚ ਕਿੰਨੀ ਇਕਾਗਰਤਾ ਤੇ ਕਿੰਨੀ ਸ਼ਕਤੀ ਹੈ। ਇਹ ਗੱਲਾਂ ਸੁੱਟਣ ਪਾਉਣ ਵਾਲੀਆਂ ਨਹੀਂ ਸਨ, ਸੁੱਟ ਪਾਉਣ ਵਾਲੀਆਂ ਨਹੀਂ ਸੀ। ਕਹਿੰਦਾ ਇਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਗੱਲਾਂ ਨੂੰ। ਇਹੋ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰੀ ਵੱਡੀਆਂ ਕਾਲੀਆਂ ਘਟਨਾਵਾਂ ਬਣੀਆਂ ਨੇ। ਇਹ ਨਿੱਕੀਆਂ ਨਿੱਕੀਆਂ ਬਦਲੀਆਂ ਕਦੇ ਕਾਲੀਆਂ ਘਟਾ ਬਣ ਜਾਂਦੀਆਂ ਨੇ। ਅੱਜ ਜਦੋਂ ਕਾਕਾ ਸਕੂਲੋਂ ਆਇਆ, ਮੈਣਾ ਦੀ ਬਾਰੀ ਬੰਦ ਸੀ। ਰਾਤੀ ਵੀ ਉਹ ਬਾਰੀ ਬੰਦ ਰਹਿਣ ਲੱਗ ਪਈ। ਕਾਕੇ ਦੀ ਜ਼ਿੰਦਗੀ ਦੀ ਵੀ ਇਹ ਬਾਰੀ ਇੱਕ ਹਿੱਸਾ ਬਣਦੀ ਜਾ ਰਹੀ ਸੀ। ਉਹਦਾ ਹੁਣ ਖੇਡਾਂ ਵਿੱਚ ਇੰਨਾ ਜੀਅ ਨਹੀਂ ਸੀ ਲੱਗਦਾ। ਮਾਂ ਕੋਲੋਂ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ, ਕਿਉਂਕਿ ਉਸ ਘਰ ਨਾਲ ਕੋਈ ਵਾਹ ਨਹੀਂ ਸੀ ਪੈਂਦਾ। ਕਦੇ ਵਿਆਹ ਢੰਗ ਵੇਲੇ ਭਾਜੀ ਦੇਣ ਦਿਵਾਉਣ ਲਈ ਦਲੀਜਾਂ ਟੱਪੀਆਂ ਜਾਂਦੀਆਂ ਸਨ। ਅੱਜ ਰਾਤ ਹਨੇਰੀ ਸੀ। ਮੈਨਾ ਦੀ ਵਾਰੀ ਨਾਲ ਘੁਸਰ ਮੁਸਰ ਜਿਹੀ ਹੋਈ, ਜਿਕਰ ਕੋਈ ਕੁੰਜੀਆਂ ਵਟਾ ਕੇ ਜੰਦਰਾ ਖੋਲ ਰਿਹਾ ਹੋਵੇ। ਫੇਰ ਬਾਰੀ ਮਲਕੜੇ ਜਿਹੇ ਖੁੱਲੀ। ਮੈਨਾ ਨੇ ਉੱਠ ਕੇ ਬੂਹੇ 'ਚ ਘਰ ਦਾ ਖੜਾਕ ਲਿਆ। ਫੇਰ ਗਲੀ ਵਿੱਚ ਤੱਕਿਆ। ਫੇਰ ਕਾਕੇ ਦਾ ਸਾਹ ਸੁਣਿਆ। ਕਾਕਾ ਸੁੱਤਾ ਹੋਇਆ ਸੀ। ਹੋਰ ਕਿਸੇ ਨੂੰ ਉਸੇ ਹਨੇਰੇ ਵਿੱਚ ਨਹੀਂ ਸੀ ਦਿਸਦਾ, ਪਰ ਮੈਨਾ ਦੀਆਂ ਪਿਆਰ ਟੋਂਦੀਆਂ ਅੱਖਾਂ ਕਾਕੇ ਦਾ ਅੰਗ ਅੰਗ ਦੇਖ ਰਹੀਆਂ ਸਨ। ਦੂਜੀ ਘੜੀ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਉਹ ਕਾਕੇ ਦੀ ਮੰਜੀ 'ਤੇ ਬੈਠੀ ਸੀ ਤੇ ਉਹਦੇ ਕੂਲੇ ਵਾਲਾਂ ਵਿੱਚ ਉਹਦੀ ਉਂਗਲਾਂ ਫੇਰ ਰਹੀ ਸੀ ਤੇ ਫੇਰ ਕੇ ਉਹਨੂੰ ਜਗਾ ਰਹੀ ਸੀ। ਮੈਣਾ ਦੇ ਕੰਨੀ ਉਹਦੀ ਆਵਾਜ਼ ਪਈ, ਕਾਕਾ ਕਾਕਾ ਕਾਕਾ। ਉਹ ਅਜੇ ਵੀ ਸੁੱਤਾ ਹੋਇਆ ਸੀ। ਉਹ ਉਹਨੂੰ ਕਹਿ ਰਹੀ ਸੀ, ਕਾਕਾ ਤੇਰੀ ਭਾਬੀ ਮੈਣਾ ਇੱਕ ਘੜੀ ਲਈ ਜਾਗ ਪੋ, ਇੱਕ ਪਲ ਲਈ ਜਾਗ ਪੋ, ਇੱਕ ਲਫ਼ਜ਼ ਇੱਕ ਗੱਲ, ਇੱਕੋ ਲਫ਼ਜ਼ ਇੱਕੋ ਗੱਲ, ਫਿਰ ਬਸ। ਇਸ ਤਰ੍ਹਾਂ ਦੀ ਹਾਲਤ ਕਹਾਣੀਕਾਰ ਪੇਸ਼ ਕਰਦਾ। ਕਾਕਾ ਉੱਬੜ ਬਾਹੇ ਉੱਠਿਆ। ਮੈਣਾ ਨੂੰ ਬੜੀ ਸ਼ਰਮ ਆਈ। ਉਹਨੂੰ ਹੁਣ ਪਤਾ ਲੱਗਾ ਕਿ ਉਹ ਆਪਣੇ ਮਨ ਵਿੱਚ ਨਹੀਂ, ਉਹ ਆਪਣੇ ਮੂੰਹ ਨਾਲ ਬੋਲ ਰਹੀ ਸੀ ਤੇ ਕਾਕਾ ਜਾਗ ਪਿਆ ਸੀ ਤੇ ਕੋਈ ਹੋਰ ਵੀ ਜਾਗ ਪਿਆ ਹੋਵੇ। ਜੇ ਕੋਈ ਹੋਰ ਵੀ ਜਾਗ ਪਿਆ ਹੋਵੇ। ਕਾਕਾ ਆਪਣੀ ਬਾਰੀ ਵਿੱਚ ਆ ਬੈਠਾ। ਉਹਨੂੰ ਵੀ ਬਾਰੀ ਦੇ ਹਨੇਰੇ ਵਿੱਚ ਬੈਠੀ ਭਾਬੀ ਮੈਣਾ ਮਹਿਸੂਸ ਹੋ ਰਹੀ ਸੀ। ਉਹਨੇ ਕਈ ਵਾਰੀ ਭਾਬੀ ਮੈਣਾ ਨੂੰ ਗਲਵੱਖੜੀ ਪਾਣੀ ਚਾਹੀ ਸੀ। ਉਹ ਬੜਾ ਉਦਾਸ ਰਹਿੰਦਾ ਸੀ। ਬਾਰੀ ਕਿਉਂ ਬੰਦ ਰਹਿਣ ਲੱਗ ਪਈ ਸੀ, ਇਹ ਗੱਲ ਉਹ ਮਨ 'ਚ ਸੋਚਦਾ ਸੀ। ਭਾਬੀ ਮੈਣਾ, ਹਾਂ ਕਾਕਾ, ਮੇਰਾ ਸੋਹਣਾ ਕਾਕਾ, ਪਰ ਜਰਾ ਹੌਲੀ। ਮੈਂ ਹੌਲੀ ਤੋਂ ਹੌਲੀ ਵੀ ਤੇਰੀ ਗੱਲ ਸੁਣ ਲਵਾਂਗੀ। ਮੈਨੂੰ ਵੀ ਤੁਹਾਡੀ ਆਵਾਜ਼ ਸਾਫ਼ ਆ ਰਹੀ ਹੈ। ਤੁਸੀਂ ਬੜੇ ਹੌਲੀ ਬੋਲਦੇ ਹੋ। ਹਾਂ ਮੇਰੇ ਪਿਆਰੇ, ਤੁਸੀਂ ਇੰਨਾ ਦਿਨ ਕਿੱਥੇ ਚਲੇ ਗਏ ਸੋ? ਮੇਰਾ ਕਮਰਾ ਹਵਾਲਾਤ ਬਣਾ ਦਿੱਤਾ ਗਿਆ ਹੈ। ਇਸੇ ਬਾਰੀ ਨੂੰ ਜਿੰਦਰਾ ਵੱਜ ਗਿਆ ਹੈ। ਦੇਖੋ ਹੁਣ ਘਰ ਦੇ ਵਿੱਚ ਹੀ ਉਹ ਤੋਤੇ ਦੀ ਤਰ੍ਹਾਂ ਹੀ ਬੰਦ ਕਰ ਦਿੱਤੀ ਗਈ ਸੀ। ਉਹ ਕਿਉਂ? ਉਦਣ ਤੇਰੀ ਮੈਣਾ ਨੇ ਮੈਨੂੰ ਆਵਾਜ਼ ਮਾਰੀ। ਮੈਂ ਉੱਠੀ ਸੀ। ਮੈਂ ਜਾਤਾ ਤੂੰ ਸੈਂ। ਮੇਰੀ ਸੱਸ ਵੀ ਸ਼ਾਮਤ ਨੂੰ ਉਸੇ ਵੇਲੇ ਉੱਠ ਬੈਠੀ। ਉਹ ਜਾਤਾ ਮੈਂ ਤੇਰੇ ਨਾਲ ਗੱਲਾਂ ਕਰਦੀਆਂ ਤੇ ਫਿਰ ਕੀ ਹੋਇਆ? ਮਾਂ ਨੇ ਆਖਿਆ ਸੀ ਤੁਸੀਂ ਮੇਰੀ ਭਾਬੀ ਹੋ। ਕਾਕਾ ਬਹੁਤ ਕੁਝ ਹੋ ਗਿਆ। ਫਾਟਕ ਨੂੰ ਤਾਲੇ ਲੱਗ ਗਏ। ਇਸੇ ਲਈ ਹੁਣ ਮੈਂ ਇੱਥੇ ਚਲੇ ਜਾਣਾ ਹੈ। ਇਸ ਘਰ ਵਿੱਚ ਮੇਰੀ ਇਹ ਅਖੀਰਲੀ ਰਾਤ ਹੈ। ਮੈਂ ਤੈਨੂੰ ਮਿਲ ਕੇ ਜਾਣਾ ਚਾਹੁੰਦੀ ਸੀ। ਤੂੰ ਕਿਸੇ ਨੂੰ ਦੱਸੇਗਾ ਤਾਂ ਨਹੀਂ? ਮੈਂ ਨਹੀਂ ਦੱਸਾਂਗਾ ਭਾਬੀ ਮੈਣਾ। ਪਰ ਤੁਸੀਂ ਕਿਉਂ ਜਾਂਦੇ ਹੋ? ਨਾ ਜਾਓ। ਮੈਂ ਵੱਡਾ ਹੋਵਾਂਗਾ, ਮੇਰਾ ਵਿਆਹ ਹੋਵੇਗਾ, ਮੈਂ ਆਪਣੀ ਵਹੁਟੀ ਨੂੰ ਤੁਹਾਡੇ ਘਰ ਘੱਲਾਂਗਾ। ਉਹ ਤੁਹਾਨੂੰ ਬੁਲਾਏਗੀ, ਤੁਸੀਂ ਉਹਨੂੰ ਮਿਲਣ ਆਉਣਾ। ਫਿਰ ਕੋਈ ਨਹੀਂ ਆਖੇਗਾ ਤੁਸੀਂ ਨਾ ਜਾਓ। ਇਹ ਹੁਣ ਕਾਕੇ ਦੇ ਖਿਆਲ ਹੈ। ਪਰ ਕਾਕਾ ਅਜੇ ਬੜਾ ਛੋਟਾ ਹੈ ਤੂੰ। ਤੇਰਾ ਵਿਆਹ ਦੂਰ ਏ। ਇੰਨੇ ਵਰ੍ਹੇ ਇਸ ਕੈਦਖਾਨੇ ਵਿੱਚ ਕੀਕਣ ਕੱਟੇ ਜਾਣਗੇ ਜਦੋਂ ਤੇਰੇ ਵੱਲ ਵੇਖਣਾ ਮੇਰਾ ਬੰਦ ਕੀਤਾ ਗਿਆ ਏ। ਤੁਸੀਂ ਕਿੱਥੇ ਜਾਓਗੇ? ਮੈਂ ਉੱਥੇ ਤੁਹਾਨੂੰ ਮਿਲਣ ਆਵਾਂਗਾ। ਨਹੀਂ ਕਾਕਾ, ਜਿੱਥੇ ਮੈਂ ਚਲੀ ਹਾਂ ਉੱਥੇ ਸ਼ਾਦੀ ਕੋਈ ਮਰਦ ਦੀ ਯਾਦ ਮੇਰੇ ਨਾਲ ਗੱਲਾਂ ਨਹੀਂ ਕਰ ਸਕੇਗੀ। ਤੁਸੀਂ ਉੱਥੇ ਨਾ ਜਾਓ। ਮੇਰੇ ਲਈ ਹੋਰ ਕੋਈ ਰਾਹ ਨਹੀਂ ਬਾਕੀ ਨਹੀਂ ਰਿਹਾ। ਮੈਂ ਪੂਜਨੀ ਹੋਣ ਦਾ ਫੈਸਲਾ ਕਰ ਲਿਆ। ਹੁਣ ਜਿਹੜਾ ਜੈਨ ਧਰਮ ਉਹਦੇ ਵਿੱਚ ਪੂਜਨੀ ਦਾ ਇੱਕ ਸੰਕਲਪ ਹੈ। ਵਿਧਵਾ ਔਰਤ ਜਦੋਂ ਪੂਜਨੀ ਹੋ ਜਾਂਦੀ ਹੈ, ਕਿਸੇ ਵੀ ਮਰਦ ਨਾਲ ਉਹ ਗੱਲ ਨਹੀਂ ਕਰ ਸਕਦੀ, ਕਿਸੇ ਨਾਲ ਕੋਈ ਸੰਬੰਧ ਨਹੀਂ ਰੱਖ ਸਕਦੀ, ਕਿਸੇ ਨਾਲ ਸਿਰਫ ਤੇ ਸਿਰਫ ਆਪਣੀ ਪੂਜਾ ਦੇ ਵੱਲ ਹੀ ਧਿਆਨ ਦੇ ਸਕਦੀ ਹੈ। ਇਹ ਉਹਨੂੰ ਪਹਿਲਾਂ ਪੱਕਾ ਕਰ ਲਿਆ ਜਾਂਦਾ। ਪੂਜਨੀ ਕੀ ਹੁੰਦੀ ਹੈ? ਉਹ ਭਾਵੜਿਆਂ ਦੀਆਂ ਸਾਧੂ ਜਨਾਨੀਆਂ ਜਿਨ੍ਹਾਂ ਦੇ ਸਿਰ ਮੁੰਨੇ ਹੋਏ, ਮੂੰਹਾਂ ਤੇ ਪੱਟੀਆਂ ਤੇ ਪੈਰਾਂ ਨੰਗੇ ਹੁੰਦੇ ਨੇ। ਨਾ ਭਾਬੀ ਮੈਣਾ, ਤੁਸੀਂ ਕਦੇ ਉਹ ਨਾ ਬਣਨਾ। ਮੈਨੂੰ ਉਹਨਾਂ ਕੋਲੋਂ ਬੜਾ ਡਰ ਲੱਗਦਾ ਹੈ। ਉਹਨਾਂ ਦੀਆਂ ਅੱਖਾਂ ਉੱਤੇ ਪੱਟੀਆਂ ਹੋਰ ਹੀ ਤਰ੍ਹਾਂ ਦੀਆਂ ਲੱਗਦੀਆਂ ਨੇ। ਕਾਕਾ ਮੇਰੇ ਲਈ ਕੋਈ ਰਾਹ ਨਹੀਂ ਰਿਹਾ ਤੇ ਉਸਨੇ ਇੱਕ ਖੇਨੂੰ ਜਿਹਾ ਕਾਕੇ ਦੀ ਵਾਰੀ ਵਿੱਚੋਂ ਬੈਠਕ ਵੱਲ ਸੁੱਟਤਾ। ਇੱਕ ਛੋਟਾ ਜਿਹਾ ਲੀਰਾਂ ਦੀ ਜਿਹੜੀ ਗੁੱਥੀ ਜਿਹੀ ਬਣਾ ਕੇ ਉਹਨੇ ਸਿੱਟ ਦਿੱਤੀ। ਇੱਕ ਰੁਮਾਲ ਸੀ ਇਹ ਮੇਰੀ ਨਿਸ਼ਾਨੀ ਰੱਖੀ, ਸਵੇਰੇ ਢੂੰਡ ਲਈ।
ਹੁਣ ਖੜਾਕ ਨਾਲ ਕੋਈ ਜਾਗ ਨਾ ਪਵੇ। ਤੇ ਮੈਨਾ ਦੀ ਬਾਰੀ ਬੰਦ ਹੋ ਗਈ। ਜਿੰਦਰੇ ਵਿੱਚ ਕੁੰਜੀ ਫਿਰਦੀ ਕਾਕੇ ਸੁਣੀ, ਬਾਕੀ ਰਾਤ ਉਹ ਸੌ ਨਾ ਸਕਿਆ। ਦੂਜੇ ਦਿਨ ਜਦੋਂ ਸਕੂਲ ਆਇਆ ਤਾਂ ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਮੈਨਾ ਬੜੀ ਦੁਖੀ ਸੀ, ਰੋਜ਼ ਸੱਸ ਲੜਦੀ ਸੀ, ਮਿਹਣੇ ਮਾਰਦੀ ਸੀ। ਉਹ ਅੱਕ ਕੇ ਘਰੋਂ ਨਿਕਲ ਗਈ ਤੇ ਲਿਖ ਛੱਡ ਗਈ ਕਿ ਉਹ ਪੂਜਨੀ ਹੋਣ ਚੱਲੀ ਏ। ਪਰ ਮਾਂ, ਇੱਥੇ ਪੂਜਨੀ ਨਹੀਂ ਸੀ ਹੋ ਸਕਦੀ। ਨਹੀਂ, ਜਿਸ ਪੂਜਨੀ ਹੋਣਾ ਹੋਵੇ ਉਹ ਆਪਣੇ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਦੇ ਵਸਾਰੇ ਵਿੱਚ ਜਾ ਰਹਿੰਦੀ ਹੈ। ਉਹ ਲੋਕ ਉਹਦੀ ਪੁੱਛ ਪੜਤਾਲ ਕਰਦੇ ਨੇ ਤੇ ਜੇ ਉਹਦੀ ਨੀਅਤ ਤੇ ਯਕੀਨ ਹੋ ਜਾਵੇ ਤਾਂ ਉਹਦੀ ਪੂਰੀ ਹਿਫਾਜ਼ਤ ਕਰਦੇ ਨੇ, ਚੰਗਾ ਖਵਾਉਂਦੇ ਨੇ, ਚੰਗੇ ਕੱਪੜੇ ਪਾਉਂਦੇ ਨੇ, ਕੁਝ ਦਿਨ ਜੋ ਉਹ ਚਾਹੇ ਕਰ ਦਿੰਦੇ ਨੇ। ਫਿਰ ਸਿਰ ਮੁੰਨ ਪੂਜਨੀ ਬਣਾ ਦਿੰਦੇ ਨੇ। ਉਸਦੇ ਬਾਅਦ ਨਾ ਉਹ ਚੰਗਾ ਖਾ ਸਕਦੀ ਹੈ, ਨਾ ਪਹਿਨ ਸਕਦੀ ਹੈ, ਨਾ ਹੀ ਮਰਦਾਂ ਨਾਲ ਕੋਈ ਗੱਲ ਕਰ ਸਕਦੀ। ਭਾਬੀ ਮੈਨਾ ਗਈ ਕਿੱਥੇ ਹੈ? ਹੁਣ ਇੱਥੇ ਕੁਐਸਚਨ ਬਣਦਾ ਕਿ ਪੂਜਨੀ ਕੀ ਹੁੰਦੀ ਹੈ, ਤੇ ਤੁਸੀਂ ਇਹ ਸਾਰੇ ਪਹਿਲਾਂ ਧਿਆਨ ਨਾਲ ਦੇਖ ਲਿਓ, ਪਤਾ ਲੱਗ ਜਾਏਗਾ। ਜੇ ਨੇੜੇ ਦਾ ਕੋਈ ਸ਼ਹਿਰ ਹੋਇਆ ਤਾਂ ਮੈਨੂੰ ਵਿਖਾ ਲਿਆਓਗੇ। ਪਿੰਡ ਇਹਨਾਂ ਦਾ ਤਕੜਾ ਪਸਾਰਾ ਏ, ਉੱਥੇ ਤੇਰੀ ਮਾਸੀ ਵੀ ਏ, ਤੇ ਜੇ ਉੱਥੇ ਹੋਇਆ ਤਾਂ 2 ਦਿਨ ਹੋਰ ਹੋ ਆਵੀਂ। ਤੇਰੀ ਮਾਸੀ ਤੈਨੂੰ ਦਿਖਾ ਦੇਵੇਗੀ। ਜਦੋਂ ਕੋਈ ਪੂਜ ਬਣਦਾ ਏ, ਸਾਰੇ ਸ਼ਹਿਰ ਵਿੱਚ ਬੜੀ ਰੌਣਕ ਹੁੰਦੀ ਹੈ। ਕਹਿੰਦੀ ਤੇਰੇ ਇਹਨਾਂ ਲੋਕਾਂ ਦਾ, ਇੱਕ ਧਰਮ ਦੇ ਨਾਲ ਸੰਬੰਧਿਤ ਲੋਕਾਂ ਦਾ ਬੜਾ ਇਕੱਠ ਜਾਂ ਬੜਾ ਹੀ ਗਿਣਤੀ ਰਹਿੰਦੀ ਹੈ ਤੇਰੀ ਮਾਸੀ ਦੇ ਪਿੰਡ। ਉੱਥੇ ਜਾ ਕੇ ਤੂੰ ਦੇਖੇ, ਮੈਂ ਤੇਰੀ ਮਾਸੀ ਨੂੰ ਕਹਿ ਦੂੰਗੀ, ਤੈਨੂੰ ਦਿਖਾ ਦੇਊਗੀ। ਕਾਕੇ ਨੇ ਮਾਸੀ ਨੂੰ ਲਿਖ ਦਿੱਤਾ ਕਿ ਉਹਦਾ ਪਤਾ ਰੱਖਣ। ਪਤਾ 2 ਹਫ਼ਤਿਆਂ ਵਿੱਚ ਸਾਰਿਆਂ ਨੂੰ ਹੀ ਹੋ ਗਿਆ। ਸਾਰੀ ਗਲੀ ਵਿੱਚ ਮੈਨਾ ਦੀਆਂ ਗੱਲਾਂ ਹੁੰਦੀਆਂ। ਬੜੀ ਚੰਗੀ ਜਨਾਨੀ ਸੀ, ਕਿਸੇ ਨੇ ਉਹਦਾ ਮੱਥਾ ਨਹੀਂ ਸੀ ਵੇਖਿਆ। ਬਾਲ ਕਿੱਡੇ ਸੋਹਣੇ ਸਾਂਸ, ਰੱਖਦੀ ਵੀ ਜਾਨ ਨਾਲ ਸੀ। ਕੌਣ ਮੌਣ ਕਰ ਦਿੱਤੀ ਜਾਏਗੀ। ਪੋਟਿਆਂ ਨਾਲ ਇੱਕ ਇੱਕ ਕਰਕੇ ਸਾਰੇ ਬਾਲ ਪੁੱਟ ਸੁੱਟੇ ਜਾਣਗੇ। ਵਿਚਾਰੀ ਜਦੋਂ ਪੂਜਨੀ ਬਣਦੀ ਹੈ ਤਾਂ ਉਹਦੇ ਬਾਲ ਜਿਹੜੇ ਹੱਥਾਂ ਨਾਲ, ਪੋਟਿਆਂ ਨਾਲ ਕੱਲਾ ਕੱਲਾ ਉਹ ਖੇਡ ਦਿੱਤਾ ਜਾਂਦਾ ਤੇ ਉਹਨੂੰ ਕੌਣ ਮੌਣ ਕਰ ਦਿੱਤਾ ਜਾਂਦਾ। ਕਾਕਾ ਮਾਸੀ ਕੋਲ ਪਹੁੰਚ ਗਿਆ। ਉਹਦੀ ਮਾਸੀ ਅੱਜ ਮੈਨਾ ਨੂੰ ਵੇਖਣ ਆਈ ਸੀ। ਉਹਦੇ ਬੜੇ ਸੋਹਣੇ ਕੱਪੜੇ ਪਾਏ ਹੋਏ ਸਨ, ਗਹਿਣੇ ਵੀ। ਇਹ ਗਹਿਣੇ ਲੋਕਾਂ ਨੇ ਮੰਗਵੇਂ ਦਿੱਤੇ ਹੋਏ ਸਨ। ਗਾਉਣ ਵੀ ਉਹਨਾਂ ਬਿਠਾਇਆ। ਕਾਕੇ ਦੀ ਗਲੀ ਦੀ ਹੋਣ ਕਰਕੇ ਮਾਸੀ ਦੀ ਦਿਲਚਸਪੀ ਵੱਧ ਗਈ। ਉਹ ਹਰ ਰਸਮ ਉੱਤੇ ਜਾਂਦੀ, ਉਹ ਕਾਕੇ ਨੂੰ ਦੱਸਦੀ ਉਹਨੂੰ ਬੜਾ ਰੂਪ ਚੜਿਆ ਹੋਇਆ ਹੈ ਤੇ ਕੱਲ ਉਹਨੂੰ ਡੋਲੇ ਵਿੱਚ ਪਾ ਕੇ ਸ਼ਹਿਰ ਵਿੱਚ ਪਾਉਣਗੇ, ਉੱਤੇ ਫੁੱਲ ਸੁੱਟਣਗੇ, ਗੁਲਾਬ ਛਿੜਕਣਗੇ। ਕਾਕਾ ਬੜਾ ਬੇਤਾਬ ਸੀ ਆਪਣੀ ਭਾਬੀ ਨੂੰ ਵੇਖਣ ਲਈ। ਉਸਨੇ ਇੱਕੋ ਹੀ ਕੱਪੜਿਆਂ ਵਿੱਚ ਵੇਖਿਆ ਸਾਰੀ ਉਮਰ। ਉਹ ਉਹਨਾਂ ਕੱਪੜਿਆਂ ਵਿੱਚ ਵੀ ਬੜੀ ਸੋਹਣੀ ਤੇ ਚੰਗੀ ਲੱਗਦੀ ਸੀ। ਗਹਿਣੇ ਉਹਨੂੰ ਕਿਹੋ ਜਿਹੇ ਲੱਗਦੇ ਹੋਣਗੇ, ਉਹਨੇ ਉਹਨੂੰ ਹੱਸਦਿਆਂ ਕਦੇ ਨਹੀਂ ਸੀ ਦੇਖਿਆ। ਮਾਸੀ ਉਸਦਾ ਜ਼ਿਕਰ ਕਰਦੀ ਸੀ ਕਿ ਉਹਦੀ ਮੁਸਕਰਾਹਟ ਬੜਿਆਂ ਦਾ ਦਿਲ ਮੋਹਦੀ ਏ। ਉਹਦਾ ਦਿੱਤਾ ਰੁਮਾਲ ਉਹਦੀ ਨਿਸ਼ਾਨੀ ਕਾਕੇ ਦੇ ਅੰਦਰਲੇ ਬੋਝੇ ਵਿੱਚ ਸੀ। ਉਹ ਕਿਸੇ ਨੂੰ ਨਹੀਂ ਸੀ ਦੱਸੀ, ਪਰ ਉਹਨੂੰ ਉਹ ਵੇਖਦਾ ਰੋਜ਼ ਸੀ। ਉਹਨੇ ਹਿੰਦੀ ਦੇ ਅੱਖਰ ਸਿੱਖ ਲਏ ਸਨ, ਕਿਉਂਕਿ ਹਿੰਦੀ ਵਿੱਚ ਉਹਦੇ ਉੱਤੇ ਕੱਢਿਆ ਹੋਇਆ ਬੜੇ ਪਿਆਰੇ ਕਾਕਾ ਨੂੰ ਉਹਦੀ ਭਾਬੀ ਵੱਲੋਂ ਇਹ ਉਹਦੇ ਤੇ ਹਿੰਦੀ ਦੇ ਵਿੱਚ ਕੱਢ ਕੀਤਾ ਹੈ ਰੁਮਾਲ ਦੇ ਉੱਤੇ। ਦੂਜੇ ਦਿਨ ਦੁਪਹਿਰ ਦੇ ਬਾਅਦ ਉਹਦੀ ਮਾਸੀ ਨੇ ਦੱਸਿਆ ਕਿ ਮੈਨਾ ਦੀ ਡੋਲੀ ਨਿਕਲੇਗੀ, ਇਹ ਸਾਰੇ ਬਾਜ਼ਾਰ ਵਿੱਚ ਫਿਰੇਗੀ, ਹਰ ਕੋਈ ਵੇਖ ਸਕਦਾ ਏ। ਕਾਕੇ ਨੇ ਦੂਜੇ ਦਿਨ ਮਾਸੀ ਦੇ ਬਾਗ ਵਿੱਚੋਂ ਕਿੰਨੇ ਸਾਰੇ ਫੁੱਲ ਤੋੜ ਕੇ ਰੁਮਾਲ ਵਿੱਚ ਬੰਨ੍ਹ ਲਏ ਸਨ ਤੇ ਜਦੋਂ ਉਹਨਾਂ ਦੇ ਚੌਕ ਕੋਲ ਡੋਲੀ ਆਈ ਤਾਂ ਉਹ ਜਾਣ ਕੇ ਘਰਦਿਆਂ ਨਾਲੋਂ ਵੱਖਰਾ ਹੋ ਗਿਆ। ਉਹ ਵੇਖ ਕੇ ਮੁੜਨਾ ਨਹੀਂ ਸੀ ਚਾਹੁੰਦਾ। ਉਹ ਸਾਰੀ ਵਾਟ ਉਹਦੀ ਡੋਲੀ ਨਾਲ ਰਹਿਣਾ ਚਾਹੁੰਦਾ ਸੀ। ਵਰਦੀ ਵਾਲਾ ਵਾਜਾ ਵੱਜ ਰਿਹਾ ਸੀ। ਜੈਨੀ ਲੋਕ ਸੋਟ ਕਰ ਰਹੇ ਸਨ। ਪੈਸਿਆਂ ਰੁਪਈਆਂ ਦੀ ਡੋਲੀ ਵਿੱਚ ਉਹਦੀ ਭਾਬੀ ਗਹਿਣਿਆਂ ਨਾਲ ਲੱਦੀ ਬੈਠੀ ਸੀ। ਉਹਦਾ ਮੂੰਹ ਭਾਵੇਂ ਹੋਰ ਹੀ ਤਰ੍ਹਾਂ ਦਾ ਦਿਸਦਾ ਸੀ, ਪਰ ਉਹਦੇ ਵਿੱਚ ਪਹਿਲੇ ਮੂੰਹ ਦੀ ਝਲਕ ਵੀ ਕਾਫੀ ਸੀ। ਇਸ ਹਸਨੀ ਸੂਰਤ ਨਾਲੋਂ ਉਹਦੀਆਂ ਅੱਖਾਂ ਕਾਕੇ ਨੂੰ ਕਿਤੇ ਪਿਆਰੀਆਂ ਲੱਗਦੀਆਂ ਸਨ। ਲੋਕ ਕਹਿੰਦੇ ਸਨ ਇਸ ਪੂਜਨੀ ਨੂੰ ਲੋਹੜੇ ਦਾ ਰੂਪ ਚੜਿਆ ਹੈ, ਪਰ ਕਾਕੇ ਨੂੰ ਇਸ ਖਿਲਾਰੇ ਵਿੱਚ ਉਹਦੇ ਉਹ ਪਿਆਰੇ ਨਕਸ਼ ਪੂਰੇ ਨਹੀਂ ਸਨ ਦਿਸਦੇ। ਉਹ ਜਦੋਂ ਸਮਝਦਾ ਸੀ ਉਹਦੇ ਵੱਲ ਉਹਦਾ ਧਿਆਨ ਹੈ, ਉਹ ਫੁੱਲ ਸੁੱਟ ਦਿੰਦਾ। ਉਹ ਹੱਥ ਜੋੜਦੀ ਸੀ, ਪਰ ਹੱਥ ਉਹਦੇ ਲਈ ਨਹੀਂ ਸਨ ਹੁੰਦੇ। ਐਡੀ ਭੀੜ ਵਿੱਚ ਨਿੱਕਾ ਜਿਹਾ ਕਾਕਾ ਉਹਨੂੰ ਕਿਸ ਤਰ੍ਹਾਂ ਦਿਖ ਸਕਦਾ ਸੀ, ਉਹ ਸੋਚਦਾ ਸੀ। ਇੱਕ ਮੋੜ ਮੁੜਨ ਲੱਗਿਆ, ਡੋਲੀ ਅਚਾਨਕ ਉਹਦੇ ਨੇੜੇ ਆ ਗਈ। ਉਧਰੋਂ ਫੁੱਲਾਂ ਦੀ ਵਰਖਾ ਉੱਤੇ ਮੈਨਾ ਨੇ ਹੱਥ ਜੋੜੇ। ਕਾਕਾ ਉਦੋਂ ਫੁੱਲ ਸੁੱਟਣ ਲੱਗਾ ਸੀ। ਮੈਨਾ ਨੇ ਪਛਾਣ ਲਿਆ। ਉਹਦੀਆਂ ਅਧਮੀਟੀਆਂ ਅੱਖਾਂ ਚੌੜੀਆਂ ਖੁੱਲ੍ਹ ਗਈਆਂ। ਉਸੇ ਨੀਝ ਨਾਲ ਤੱਕਿਆ, ਫਿਰ ਹੌਸਲਾ ਕਰਕੇ ਉਹਨੇ ਆਖਿਆ ਉਹਦੀ ਡੋਲੀ ਖੜੀ ਕੀਤੀ ਜਾਵੇ।
ਉਹ ਕਾਕਾ ਸਾਡੀ ਗਲੀ ਦਾ ਏ, ਮੇਰੇ ਤੇ ਫੁੱਲ ਸੁੱਟਣਾ ਚਾਹੁੰਦਾ ਹੈ, ਪਹੁੰਚਦੇ ਨਹੀਂ, ਉਹਨੂੰ 1 ਮਿੰਟ ਲਈ ਮੇਰੇ ਕੋਲ ਲਿਆ ਦਿਓ। ਇਹ ਵਤੀਰਾ ਅਨੋਖਾ ਸੀ, ਪਰ ਪੂਜਨੀ ਬਣਨ ਵਾਲੇ ਦੀ ਗੱਲ ਮੋੜੀ ਨਹੀਂ ਸੀ ਜਾ ਸਕਦੀ। ਲਿਆ ਕਾਕਾ, ਇਹ ਤੇਰੇ ਫੁੱਲ ਮੈਂ ਲੈ ਲਵਾਂ, ਤੂੰ ਬੜਾ ਦੂਰੋਂ ਆਇਆ ਹੈ, ਮੇਰੀ ਗਲੀ ਦਾ ਕਾਕਾ। ਕਾਕਾ ਬੜਾ ਖੁਸ਼ ਹੋਇਆ। ਮੈਣਾ ਭਾਬੀ ਨੇ ਵੇਖ ਲਿਆ, ਬੁੱਲਾਂ ਤੇ ਹੱਥਾਂ ਨਾਲ ਹੱਥ ਲਾ ਕੇ ਫੁੱਲ ਲੈ ਲਏ, ਰੁਮਾਲ ਵੀ ਨਹੀਂ ਮੋੜਿਆ। ਖਿਆਲ ਕੀਤਾ ਭਾਬੀ ਨਿਸ਼ਾਨੀ ਰੱਖੇਗੀ। ਜਲੂਸ ਪਾਸਰੇ ਤੇ ਪਹੁੰਚ ਗਿਆ। ਲੋਕ ਵਿਦਾ ਹੋ ਗਏ। ਮੈਣਾ ਕੁਝ ਕੁ ਇਸਤਰੀਆਂ ਨਾਲ ਉਹਦੇ ਨਾਲ ਪਾਸਰੇ ਤੇ ਚੜ੍ਹ ਗਈ। ਪੌੜੀ ਤੇ ਪੈਰ ਧਰਨ ਤੋਂ ਪਹਿਲਾਂ ਮੈਣਾ ਨੇ ਤੱਕਿਆ। ਕਾਕਾ ਸਾਹਮਣੇ ਹੱਟ ਤੇ ਫੱਟੇ ਤੇ ਖਲੋਤਾ ਸੀ। ਉੱਤੇ ਵੱਡੇ ਪੂਜ ਦੇ ਸਾਹਮਣੇ ਮੈਣਾ ਨੂੰ ਬਿਠਾ ਦਿੱਤਾ ਗਿਆ। ਕੀ ਤੂੰ ਆਪਣੇ ਮਨ ਪੂਰਾ ਬਣਾ ਲਿਆ? ਹੁਣ ਉਹਨੂੰ ਕੁਐਸਚਨਿੰਗ ਹੋ ਰਹੀ ਹੈ, ਉਹਦੇ ਆਨਸਰ ਦਿਓਗੀ ਉਹ। ਵੱਡਾ ਪੂਜ ਨੇ ਪੁੱਛਿਆ। ਜੀ ਮਹਾਰਾਜ, ਮੈਂ ਬਣਾ ਲਿਆ ਏ। ਕੱਪੜੇ ਗਹਿਣੇ ਤੈਨੂੰ ਸਭ ਲਾਣੇ ਪੈਣਗੇ, ਨਾ ਫਿਰ ਜ਼ਿੰਦਗੀ ਵਿੱਚ ਤੂੰ ਇਹਨਾਂ ਨੂੰ ਅੰਗੀਕਾਰ ਨਹੀਂ ਕਰ ਸਕੇਂਗੀ। ਜੀ ਮਹਾਰਾਜ, ਮੈਨੂੰ ਚੰਗੇ ਭੋਜਨ ਦੀ ਕੋਈ ਲੋੜ ਨਹੀਂ, ਤੂੰ ਉਹੀ ਖਾਏਂਗੀ ਪੀਏਂਗੀ ਜੋ ਕੁਝ ਸਾਡੀ ਸਰਿੰਦੇ ਨੇ ਅਨੁਸਾਰ ਹੋਵੇਗਾ। ਜੀ ਮਹਾਰਾਜ, ਮੈਨੂੰ ਚੰਗੇ ਭੋਜਨ ਦੀ ਕੋਈ ਲੋੜ ਨਹੀਂ। ਮਰਦ ਨੂੰ ਛੂਹਣ ਤੇ ਕਿਤੇ ਰਿਹਾ ਇਹਨਾਂ ਦਾ ਖਿਆਲ ਹੈ ਵੀ ਉਸ ਧਰਮ ਵਿੱਚ ਵਿਘਨ ਪਾਏਗਾ ਜਿਹੜਾ ਧਰਮ ਤੂੰ ਚੁਣ ਰਹੀ ਹੈ। ਮੈਣਾ ਨੇ ਲੰਮਾ ਸਾਹ ਲਿਆ। ਉਹਦੀ ਜੇਬ ਵਿੱਚ ਛੁਪਾਇਆ ਕਾਕੇ ਦਾ ਰੁਮਾਲ ਖੁੱਲਦਾ ਮਹਿਸੂਸ ਹੋਇਆ ਤੇ ਰੁਮਾਲ ਦੇ ਸਿਰੇ ਨਿੱਕੀਆਂ ਬਾਹਾਂ ਬਣ ਕੇ ਉਹਦੀ ਕਮਰ ਦੁਆਲੇ ਲਿਪਟ ਗਏ। ਉੜਕ ਕੁਝ ਸੰਭਲ ਕੇ ਉਸਨੇ ਉੱਤਰ ਦਿੱਤਾ, ਹਾਂ ਮਹਾਰਾਜ, ਇਹ ਵੀ ਮੈਨੂੰ ਪ੍ਰਵਾਨ ਹੈ। ਹੁਣ ਤੂੰ ਉਸ ਕਮਰੇ ਵਿੱਚ ਜਾ, ਇਹ ਕੱਪੜੇ ਲਾ, ਜਿਹੜੇ ਕੱਪੜੇ ਤੈਨੂੰ ਦਿੱਤੇ ਜਾਣਗੇ ਉਹ ਪਾ ਲੈ, ਤੇ ਫਿਰ ਤੈਨੂੰ ਇਹ ਕੇਸ ਆਪਣੇ ਕਟਾਣੇ ਹੋਣਗੇ, ਤੇ ਉਸ ਤੋਂ ਬਾਅਦ ਤੈਨੂੰ ਤੇਰੀ ਪੂਜ ਮਾਤਾ ਦੱਸੇਗੀ ਕਿਸ ਤਰ੍ਹਾਂ ਪੋਟਿਆਂ ਨਾਲ ਹਰ ਇੱਕ ਬਾਲ ਪੁੱਟਿਆ ਜਾ ਸਕਦਾ ਹੈ। ਬਾਲਾਂ ਦੇ ਕੱਟਣ ਪੁੱਟਣ ਦਾ ਜ਼ਿਕਰ ਸੁਣ ਕੇ ਉਹ ਉੜਦਾ ਹੌਂਕਾ ਨਾ ਰੋਕ ਸਕੀ ਤੇ ਬੜੀ ਹੌਸਲੇ ਨਾਲ ਬੋਲੀ, ਪੂਜਿਆ ਪਿਤਾ ਜੀ, ਮੈਨੂੰ ਵਾਲ ਰੱਖਣ ਦੀ ਆਗਿਆ ਨਹੀਂ ਦੇ ਸਕਦੇ? ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਵੱਡਾ ਪੂਜ ਬੜਾ ਹੈਰਾਨ ਹੋ ਕੇ ਬੋਲਿਆ, ਮੈਂ ਜਾਣਦਾ ਇਹ ਮੇਰੀ ਮੰਗ ਅਨੋਖੀ ਹੈ। ਮੈਣਾ ਨੂੰ ਇੱਕਦਮ ਅੰਦਰੋਂ ਕੋਈ ਤਾਕਤ ਜਿਹੀ ਆ ਰਹੀ ਸੀ, ਪਰ ਜੇ ਤੁਸੀਂ ਮੰਨ ਲਵੋ ਮੈਂ ਤੁਹਾਨੂੰ ਕਦੇ ਉਲਾਂਭਾ ਨਹੀਂ ਦਵਾਵਾਂਗੀ। ਮੇਰੇ ਅੰਦਰ ਪਤਾ ਨਹੀਂ ਕੀ ਵੱਜਾ ਹੋਇਆ ਹੈ, ਮੈਂ ਤੁਹਾਡੀ ਉਹੋ ਜਿਹੀ ਸੇਵਕ ਬਣਾਂਗੀ। ਸਾਰੀ ਕੌਮ ਅਚੰਭਾ ਕਰੇਗੀ ਮੇਰੇ ਵਾਲ ਨਾ ਕੱਟੇ ਜਾਣ, ਪਰ ਇਹ ਕਦਾਚਿਤ ਹੋਣ ਵਾਲੀ ਗੱਲ ਨਹੀਂ। ਤੈਨੂੰ ਪਤਾ ਹੀ ਹੈ, ਮੈਨੂੰ ਪਤਾ ਸੀ ਮੈਂ ਵਾਲ ਕਟਾ ਲਵਾਂਗੀ, ਪਰ ਹੁਣ ਕੱਟਣ ਵੇਲਾ ਆਇਆ। ਮੈਨੂੰ ਜਾਪ ਰਿਹਾ ਹੈ ਕਿ ਇਹ ਮੇਰੇ ਵਾਲ ਜਿਉਂਦੇ ਨੇ, ਇਹ ਮੇਰੀ ਜਾਨ ਵਿੱਚੋਂ ਉੱਗੇ ਹੋਏ ਨੇ। ਇਹਨਾਂ ਨੂੰ ਜਦੋਂ ਕੰਘਾ ਵਾਹੁੰਦੀਆਂ ਇਹ ਝਟਕੇ ਨਾਲ ਜਦੋਂ ਮੇਰੀਆਂ ਲੱਤਾਂ ਨਾਲ ਲੱਗਦੇ ਨੇ, ਇਹਨਾਂ ਵਿੱਚ ਕੋਈ ਜਿਉਂਦਾ ਛੂਹ ਸੀ। ਕਈ ਸਾਲ ਸਿਵਾਏ ਇਹਨਾਂ ਦੇ ਮੈਂ ਕਿਸੇ ਨਾਲ ਗੱਲ ਨਹੀਂ ਸੀ ਕੀਤੀ। ਮੱਥਾ ਟੇਕ ਕੇ ਹੋਏ ਪਰਮ ਪੂਜੀਏ, ਇੱਕ ਵਾਰੀ ਅਣਹੋਣੀ ਵੀ ਕਰ ਦੇਖੋ, ਤੁਸੀਂ ਆਪਣੇ ਫੈਸਲੇ ਤੇ ਕਦੇ ਨਹੀਂ ਪਛਤਾਓਗੇ। ਵੱਡੇ ਪੂਜ ਦਾ ਦਿਲ ਪਸੀਜ ਗਿਆ, ਪਰ ਪੂਜ ਇਸਤਰੀ ਦੇ ਵਾਲ ਵੇਖ ਕੇ ਲੋਕ ਕੀ ਆਖਣਗੇ? ਨਹੀਂ ਬੀਬੀ, ਇਹ ਗੱਲ ਤੇਰੀ ਮੰਨੀ ਨਹੀਂ ਜਾ ਸਕਦੀ। ਫੇਰ ਇਹ ਪੂਜਦੇ, ਮੈਨੂੰ 5 ਮਿੰਟ ਇਕੱਲਿਆਂ ਆਪਣੇ ਮਨ ਨੂੰ ਸਮਝਾ ਲੈਣ ਦਿਓ। ਮੈਣਾ ਨੇ ਮਨ ਪੱਕਾ ਕਰਕੇ ਆਖਿਆ, ਹਾਂ ਜਾਓ, ਸਾਹਮਣੀ ਰੌਂਸ ਉੱਤੇ ਬਹਿ ਕੇ ਸੋਚ ਲਓ। ਮੈਣਾ ਉੱਠੀ ਤੇ ਹੌਲੀ ਹੌਲੀ ਪਰ ਪੱਕੇ ਪੈਰ ਧਰਦੇ ਸਾਹਮਣੇ ਰੌਂਸ ਉੱਤੇ ਜਾ ਬੈਠੀ। ਇਸ ਰੌਂਸ ਤੇ ਬੰਨਿਓ ਹੇਠਾਂ ਬਾਜ਼ਾਰ ਸੀ। ਕੁਝ ਚਿਰ ਬਾਅਦ ਮੈਣਾ ਉੱਠ ਬੈਠੀ। ਇਹ ਇਸਤਰੀ ਹੈ ਕੋਈ ਅਨੋਖੀ। ਮੈਂ ਕਈ ਇਸਤਰੀਆਂ ਦੀ ਇਹ ਰਸਮ ਅਦਾ ਕੀਤੀ ਹੈ, ਪਰ ਇਹਦਾ ਸਭ ਕੁਝ ਸੋਚਾਂ ਵਿੱਚ ਪਾਉਣ ਵਾਲਾ ਹੈ। ਜੇ ਇਹ ਪੁਜਾਰਨ ਬਣ ਗਈ ਤਾਂ ਬੜੀ ਸ਼ੋਹਰਤ ਹਾਸਲ ਕਰੇਗੀ। ਪਰ ਉਹ ਰੌਂਸ ਉੱਤੇ ਖਲੋ ਕਿਉਂ ਗਈ? ਦੂਜੇ ਨੇ ਘਬਰਾ ਕੇ ਆਖਿਆ। ਵੱਡੇ ਪੂਜ ਨੇ ਵੀ ਤੱਕਿਆ। ਮੈਣਾ ਰੌਂਸ ਤੇ ਖਲੋ ਗਈ ਸੀ। ਉਸਨੇ ਆਪਣੀ ਉਂਗਲ ਜੂੜੇ ਵਿੱਚ ਫੇਰੀ, ਜੂੜਾ ਖੁੱਲ੍ਹ ਗਿਆ। ਵਾਲ ਕਮਰ ਦੇ ਹੇਠਾਂ ਲਮਕ ਪਏ। ਨਿੱਕੀ ਨਿੱਕੀ ਹਵਾ ਵਿੱਚ ਉਹਨਾਂ ਦੀਆਂ ਪਤਲੀਆਂ ਬੁੰਗਲਾਂ ਸਰ ਉੱਡ ਰਹੀਆਂ ਸਨ, ਕਿੱਡੇ ਲੰਮੇ। ਸਾਰੇ ਉੱਠ ਕੇ ਪੌੜੀਆਂ ਵੱਲ ਦੌੜੇ। ਰੌਂਸ ਉੱਤੇ ਕੋਈ ਇਸਤਰੀ ਨਹੀਂ ਸੀ ਖਲੋਤੀ ਹੋਈ। ਇਹਦਾ ਭਾਵ ਉਹਨੇ ਛਾਲ ਮਾਰ ਦਿੱਤੀ ਥੱਲੇ। ਸਾਰੇ ਥੱਲੇ ਪਹੁੰਚੇ। ਬਾਜ਼ਾਰ ਵਿੱਚ ਹਾਹਾਕਾਰ ਮੱਚੀ ਹੋਈ ਸੀ। ਇੱਕ ਮੁੰਡਾ ਟੁੱਟੀ ਫੀਸੀ ਮੈਣਾ ਦੇ ਸਰਾਣੇ ਬੈਠਾ ਸੀ। ਕਾਕਾ ਹੀ ਉਹ। ਉਸਨੇ ਖਿਲਰੇ ਹੋਏ ਵਾਲ ਮੱਥੇ ਤੋਂ ਪਰਾਂ ਹਟਾ ਕੇ ਚੀਰ ਸਿੱਧਾ ਕਰ ਦਿੱਤਾ ਸੀ। ਕਾਲੇ ਕੇਸਾਂ ਵਿੱਚ ਕਿਤੇ ਕਿਤੇ ਸੰਧੂਰ ਵਾਂਗ ਲਹੂ ਲਿਸ਼ਕ ਰਿਹਾ ਸੀ। ਮੁੰਡੇ ਦੀਆਂ ਅੱਖਾਂ ਵਿੱਚ ਤਾਰ ਹੰਝੂ ਡਿੱਗ ਰਹੇ ਸਨ ਤੇ ਉਹ ਹੇਠਾਂ ਪਈ ਇਸਤਰੀ ਦੀਆਂ ਅੱਖਾਂ ਵਿੱਚ ਤੱਕ ਰਿਹਾ ਸੀ। ਇਹ ਅੱਖਾਂ ਖੁੱਲ੍ਹੀਆਂ ਸਨ। ਅੱਗੇ ਇਹਨਾਂ ਦਾ ਰੰਗ ਕਾਕੇ ਨੇ ਕਦੇ ਨਹੀਂ ਸੀ ਵੇਖਿਆ। ਉਸ ਕਾਲੀ ਰਾਤ ਵਰਗੀਆਂ ਜਿਹੜੀ ਰਾਤ ਅਖੀਰ ਉਹਨੇ ਉਹਨੂੰ ਜਗਾਇਆ ਸੀ, ਪਰ ਉਸ ਰਾਤ ਦੀਆਂ ਡੂੰਘਾਈਆਂ ਵਿੱਚ ਕੋਈ ਸੂਰਜ ਲੁਕਿਆ ਹੋਇਆ ਸੀ। ਤਦੇ ਉਹਨੂੰ ਹਨੇਰੇ ਵਿੱਚੋਂ ਵੀ ਉਸ ਰਾਤੀ ਲੱਭਦਾ ਸੀ।
ਉਹ ਹੁਣ ਵੀ ਉੱਡੀਆਂ ਕਾਲੀਆਂ ਤੇ ਉੱਡੀਆਂ ਹੀ ਰੋਸ਼ਨ ਸਨ, ਉਹ ਖੁੱਲੀਆਂ ਹੋਈਆਂ ਸਨ, ਪਰ ਉਹਨਾਂ ਵਿੱਚ ਇਸ ਵੇਲੇ ਕੋਈ ਸੂਰਜ ਨਹੀਂ ਸੀ। ਸੋ ਵਿਦਿਆਰਥੀਓ, ਇੱਥੇ ਕਹਾਣੀ ਆ ਕੇ ਖਤਮ ਹੋ ਜਾਂਦੀ ਹੈ। ਤੁਸੀਂ ਦੇਖਿਆ ਕਿ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਬੜੇ ਵਧੀਆ ਢੰਗ ਦੇ ਨਾਲ ਆਪਣੇ ਫਲਸਫੇ ਨੂੰ ਵੀ ਪੇਸ਼ ਕਰ ਦਿੱਤਾ ਕਿ ਜਿਹੜੀ ਪਿਆਰ ਹੈਗਾ ਉਹ ਕਬਜ਼ਾ ਨਹੀਂ, ਪਹਿਚਾਣ ਹੈ, ਇੱਕ ਦੂਜੇ ਨੂੰ ਪਹਿਚਾਣਿਆ ਉਹਨਾਂ ਨੇ। ਦੂਸਰਾ, ਇਹ ਕਹਾਣੀ ਦਾ ਜਿਹੜਾ ਸਿਰਲੇਖ ਹੈ ਭਾਬੀ ਮੈਣਾ, ਉਹ ਇੱਕ ਤਰ੍ਹਾਂ ਦੇ ਨਾਲ ਕਮਰੇ ਦੇ ਵਿੱਚ ਬੰਦ ਰਹਿੰਦੀ ਹੈ ਸਾਰੀ ਉਮਰ, ਤੇ ਉਹ ਉਸਨੂੰ ਕਿਸੇ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ। ਉਹ ਸਿਰਫ ਜੋ ਕੁਛ ਪਰਿਵਾਰ ਕਹਿੰਦਾ ਉਹੀ ਬੋਲਦੀ ਹੈ, ਉਹੀ ਖਾਂਦੀ ਹੈ, ਉਹੀ ਕਹਿੰਦੀ ਹੈ। ਜਿਸ ਤਰ੍ਹਾਂ ਨਾਲ ਇੱਕ ਤੋਤਾ ਪਿੰਜਰੇ ਦੇ ਵਿੱਚ ਬੰਦ ਹੁੰਦਾ ਹੈ, ਇਹਦੇ ਵਿੱਚ ਛੋਟੇ ਛੋਟੇ ਕੁਐਸਚਨ ਵੀ ਬਣਦੇ, ਉਹਨਾਂ ਕੁਐਸਚਨਾਂ ਨੂੰ ਧਿਆਨ ਨਾਲ ਦੇਖ ਲਿਓ ਤੁਸੀਂ, ਔਰ ਇਸ ਕਹਾਣੀ ਦਾ ਜਿਹੜਾ ਸਾਰ ਹੈਗਾ ਉਹ ਧਿਆਨ ਨਾਲ ਕਰ ਲਿਓ। ਬਹੁਤ ਹੀ ਸੁੰਦਰ ਕਹਾਣੀ ਹੈਗੀ ਹੈ, ਇੱਕ ਵਾਰੀ ਪੜ੍ਹਨ ਦੇ ਨਾਲ ਤੁਹਾਨੂੰ ਚੇਤਾ ਹੋ ਜਾਊਗੀ। ਸਾਰਾ ਲੈਕਚਰ ਚੰਗੀ ਤਰ੍ਹਾਂ ਸੁਣ ਕੇ ਜਿਹੜੇ ਵੀ ਤੁਹਾਡਾ ਕੁਐਸਚਨ ਬਣਦੇ ਆ ਉਹਨਾਂ ਨੂੰ ਕਾਪੀ 'ਤੇ ਨੋਟ ਕਰੋ, ਕਹਾਣੀਕਾਰ ਬਾਰੇ ਨੋਟ ਕਰੋ, ਅਤੇ ਕਹਾਣੀ ਦਾ ਸਾਰ ਇਹ ਵੀ ਧਿਆਨ ਨਾਲ ਤੁਸੀਂ ਯਾਦ ਕਰ ਲਿਓ। ਗੁਰਬਖਸ਼ ਪ੍ਰੀਤਲੜੀ ਦੀ ਇਹ ਕਹਾਣੀ ਭਾਬੀ ਮੈਣਾ ਉਹਦੇ ਕਹਾਣੀ ਸੰਗ੍ਰਹਿ ਦੇ ਨਾਂ ਦੇ ਉੱਪਰ ਆਧਾਰਿਤ ਹੈਗੀ ਹੈ। ਉਹਦੇ ਵਿੱਚ ਮੁੱਖ ਕਹਾਣੀ ਹੈ, ਅਤੇ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਵੀ ਕਥਾ ਪੰਜਾਬ ਦੇ ਵਿੱਚ ਵੀ ਇੱਕ ਪ੍ਰਮੁੱਖ ਕਹਾਣੀ ਹੈਗੀ। ਤੁਸੀਂ ਧਿਆਨ ਨਾਲ ਇਹਨੂੰ ਦੇਖੋਗੇ, ਇਹਦਾ ਵਿਸ਼ਾ ਵਸਤੂ ਚੰਗੀ ਤਰ੍ਹਾਂ ਨਾਲ ਵਿਚਾਰੋਗੇ, ਅਤੇ ਜਿਹੜਾ ਅਸੀਂ ਅੱਜ ਦਾ ਲੈਕਚਰ ਦਿੱਤਾ ਹੈ ਇਹਦੇ ਨਾਲ ਜੁੜੇ ਹੋਏ ਸਾਰੇ ਕੁਐਸਚਨ ਤੁਸੀਂ ਧਿਆਨ ਨਾਲ ਆਪਣੇ ਨੋਟ ਕਰ ਲਿਓ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਨਵਾਂ ਲੈਕਚਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀ ਕਹਾਣੀ ਬਾਰੇ ਹੋਊਗਾ।